आदाब सत श्री अकाल हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स ਵਿੱਚ मैं हाँ तरनजीत कौर घुम्मण हाज़र हाँ जी लैके तुहाडा अपना प्रोग्राम जिहदे विच अज असीं गलबात करांगे कैनेडियन इमीग्रेशन संबंधी। सो तुहाडा कोई सवाल हैगा कैनेडियन इमीग्रेशन संबंधी अज है जी मंगलवार ते इस वक्त टोरंटो समय के मुताबिक 3 बज चुके हैं। लाइव प्रोग्राम लैके असीं हाज़र होए हाँ। सो तुहाडे सवालों के जवाब देने लिए कैनेडियन इमीग्रेशन संबंधी जो इस वक्त ताज़ा अपडेशन आई है उहदे उत्ते जानकारी देने साडे नाल जुड़ चुके हैं जी CWC इमीग्रेशन तो मिस्टर गुरप्रीत खैरा। स्वागत है सर। बहुत शुक्रिया तरन ते सारे दर्शकों सत श्री अकाल। की हाल चाल ने सर? बहुत वधिया जी। सर इमीग्रेशन की गल करिए तो रोज़ नवी अपडेशनस आ रही ने हुण हौली हौली प्रोसैसिंग भी फास्ट हो गई है। सो अज जे लेटेस्ट इन्फॉर्मेशन की असीं गल करिए सब तो पहला तो सानू ये बहुत क्वारीज आ रही ने जिहड़े कैनेडियन एक्सपीरियंस क्लास तो इलावा एक्सप्रैस एंट्री फैडरल एक्सप्रैस एंट्री है उन्हां दे ड्रा दे बारे कोई अपडेशन है कि कदों तक आउण दी संभावना है? हाले कोई इंफॉर्मेशन नहीं हैगा तरन इहदे उत्ते ते जिहड़ी जे आपां रीजनेबली सोचीए ਜਦੋਂ तक कोविड सिचुएशन नहीं हो जाती उदों शायद तक सरकार की प्रायोरिटी यही रहूगी कि वो ਜਿਹੜੇ CEC ਦੇ ਡਰਾ ਸੀ ਜਿਹੜੇ ਆਪਾਂ ਪਿੱਛੋਂ ਵੀ ਇਹ ਗੱਲ ਦੇਖਦੇ ਆਉਂਦੇ ਆ ਕਿਉਂਕਿ ਜੋ ਬਾਹਰੋਂ ਪ੍ਰੋਸੈਸ ਵੀ ਕਰਦੇ ਨੇ ਤਾਂ ਉਹ ਐਪਲੀਕੇਸ਼ਨਸ ਪ੍ਰਾਇੋਰਟੀ ਤੇ ਨਹੀਂ ਹੈਗੀਆਂ। ਜਿਹੜੀਆਂ ਐਪਲੀਕੇਸ਼ਨਸ ਪ੍ਰਾਇੋਰਟੀ ਤੇ ਨੇ ਉਹ ਫੈਮਿਲੀ ਕਲਾਸ ਨੇ ਜਿਹ ਚ ਹਸਬੈਂਡ ਵਾਈਫ ਹੋ ਗਏ ਬੱਚੇ ਹੋ ਗਏ ਜਾਂ ਤੁਹਾਡੇ ਪੈਰੈਂਟਸ ਹੋ ਗਏ ਉਹ ਐਪਲੀਕੇਸ਼ਨਸ ਨੂੰ ਜਿਨ੍ਹਾਂ ਦਾ ਨੰਬਰ F ਨਾਲ ਸ਼ੁਰੂ ਹੁੰਦਾ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਜਾਂ ਜਿਹੜੀਆਂ ਵਰਕ ਪਰਮਿਟ ਜਿਨ੍ਹਾਂ ਦਾ W ਨਾਲ ਸ਼ੁਰੂ ਹੁੰਦਾ ਜਾਂ ਜਿਨ੍ਹਾਂ ਦਾ S ਨਾਲ ਜਿਹੜੇ ਸਟੂਡੈਂਟ ਸ਼ੁਰੂ ਹੁੰਦੇ ਨੇ ਉਹਨੇ ਉਹ ਤੋਂ ਇਲਾਵਾ ਜਿਹੜੀ E ਵਾਲੀਆਂ ਫਾਈਲਸ ਨੇ ਉਹਨਾਂ ਨੂੰ ਪ੍ਰਾਇੋਰਟੀ ਨਹੀਂ ਦਿੱਤੀ ਜਾਂਦੀ। ਇਸ ਕਰਕੇ ਜੇ ਉਹਨੂੰ ਡਰਾ ਵੀ ਕਰ ਲੈਣਗੇ ਤਾਂ ਜਦੋਂ ਫਾਈਲ ਪ੍ਰੋਸੈਸ ਨਹੀਂ ਹੋਣੀ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਰਹਿਣਾ। ਹਾਂਜੀ ਤੇ ਸਰ ਤੁਸੀਂ ਜਿਹੜੀ ਪਟੀਸ਼ਨ ਪਾਈ ਸੀ ਇਨਫੋਰਮੇਸ਼ਨ ਲੈਣ ਲਈ ਕਿ ਉਹਦੇ ਬਾਰੇ ਕੋਈ ਨਵੀਂ ਅਪਡੇਸ਼ਨ ਆਈ? ਨਹੀਂ ਹਾਲੇ ਤੱਕ ਉਹਦਾ ਕੋਈ ਜਵਾਬ ਨਹੀਂ ਆਇਆ ਬਿਕੋਜ਼ 30 ਡੇਜ਼ ਜਿਹੜਾ ਜਦੋਂ ਗੁਜ਼ਰ ਜਾਣਗੇ ਜੋ ਤੋਂ ਬਾਅਦ ਇਹ ਕੰਪਲੇਂਟ ਕਰ ਸਕਦੇ ਪਰ ਮੈਨੂੰ ਆਸ ਹੈ ਕਿ ਸ਼ਾਇਦ 30 ਦਿਨਾਂ ਤੋਂ ਪਹਿਲਾਂ ਕੋਈ ਜਵਾਬ ਨਾ ਆਵੇ क्योंकि पिछले बारी भी होया सी वो जवाब नहीं देते उस तो बाद जिहड़ा इंफॉर्मेशन कमिश्नर कोले कंप्लेंट फाइल करना पिया सी पर मैनूं आस है कि जवाब आ जाऊगा जदों ही आया तो आपां नाल शेयर करांगे। ते सर अज आपां गल करदे हां हुण जिहड़ा अपना अज दा टॉपिक है तुसीं दस रहे सी कि नवीं जो इस वक्त अपडेशन आई है वो है ਜਿਹੜੇ ਕੈਨੇਡਾ ਵਿੱਚ ਟੂਰਿਸਟ ਵੀਜ਼ਾ ਤੇ ਆਏ ਹੋਏ ਨੇ ਤੇ ਜੇਕਰ ਉਹ ਵਰਕ ਪਰਮਿਟ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਹਦੇ ਵਿੱਚ ਕੁਝ ਚੇਂਜਸ ਆਈਆਂ ਨੇ ਸਰ ਕੀ ਚੇਂਜਸ ਨੇ ਉਹ? ਜੀ ਬਿਲਕੁਲ ਤਰਨ ਆਪ ਜੀ ਨੂੰ ਯਾਦ ਹੋਣਾ ਹੈ ਪਿਛਲੇ ਅਗਸਤ 2020 ਵਿੱਚ 24 ਅਗਸਤ 2020 ਨੂੰ ਐਕਚੁਅਲੀ मिनिस्टर ऑफ इमीग्रेशन ने एक पब्लिक पॉलिसी अनाउंसमेंट किया सी। वो अनाउंसमेंट सी कि जोड़े लोग विजिटर के तौर पर कैनेडा के अंदर आए हुए ने वो 24 अगस्त तो पहला विजिटर के तौर पर आए हुए ने वो विद इन कैनेडा रहते हुए अपनी वर्क परमिट की अर्जी कर सकते हैं जे उन्होंने को LMIA हैगा इंप्लॉयर स्पैसिफिक वर्क परमिट ਲਈ ਤੇ ਉਹਦੇ ਤੋਂ ਲੈ ਕੇ ਹੁਣ ਤੱਕ ਤਕਰੀਬਨ 1000 ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲਿਆ। ਸੋ ਜਿਹੜੇ ਵਿਜ਼ਟਰ ਆਏ ਹੋਏ ਸੀ ਤੇ ਵਿਦ ਇਨ ਕੈਨੇਡਾ ਹੀ ਉਹਨਾਂ ਨੇ ਆਪਣੀ ਐਪਲੀਕੇਸ਼ਨ ਕਰਕੇ ਤੇ ਵਰਕ ਪਰਮਿਟ ਲੈਣ ਲਈ ਅਰਜ਼ੀ ਕੀਤੀ। ਆਮ ਤੌਰ ਤੇ ਕੀ ਹੁੰਦਾ ਸੀ ਕਿ ਬਾਰਡਰ ਤੇ ਜਾ ਕੇ ਲੋਕ ਅਪਲਾਈ ਕਰਦੇ ਸੀ ਕਿਉਂਕਿ ਵਿਜ਼ਟਰ ਨੂੰ ਅਲਾਉਡ ਨਹੀਂ ਹੈਗਾ ਕਿ ਉਹ ਵਿਦ ਇਨ ਕੈਨੇਡਾ ਆਪਣੀ ਐਪਲੀਕੇਸ਼ਨ ਕਰ ਸਕੇ। ਸੋ ਜਾ ਕੇ ਬਾਰਡਰ ਤੇ ਐਪਲੀਕੇਸ਼ਨ ਕਰਨੀ ਪੈਣੀ ਸੀ ਤੇ ਬਾਰਡਰ ਬੰਦ ਹੋ ਗਏ। ਸੋ ਮਾਰਚ ਤੋਂ ਲੈ ਕੇ ਅਗਸਤ ਤੱਕ ਇਹ ਐਪਲੀਕੇਸ਼ਨਸ ਪ੍ਰੋਸੈਸ ਹੀ ਨਹੀਂ ਹੋਈਆਂ। ਜਦੋਂ ਪ੍ਰੋਸੈਸ ਨਹੀਂ ਹੋਈਆਂ ਤਾਂ ਇੱਥੇ ਜਿਹੜਾ ਫੋਰਨ ਵਰਕਰਸ ਆ ਉਹਨਾਂ ਦੀ ਘਾਟ ਵੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਤੇ ਤਾਂ ਸਰਕਾਰ ਨੇ ਇਹ ਪਾਲਿਸੀ ਲਿਆਂਦੀ। ਇਹ ਪਾਲਿਸੀ 31 ਮਾਰਚ ਨੂੰ ਖਤਮ ਹੋ ਰਹੀ ਸੀ ਮਤਲਬ ਕੱਲ ਨੂੰ ਖਤਮ ਹੋ ਰਹੀ ਸੀ ਇਹ। ਤਾਂ ਸਰਕਾਰ ਨੇ ਹੁਣ ਇਹਦੇ ਉੱਤੇ ਜਿਹੜਾ ਇਹਨੂੰ ਐਕਸਟੈਂਡ ਕਰਨ ਦਾ ਫੈਸਲਾ ਕਰਿਆ ਤਾਂ 31 ਅਗਸਤ ਤੱਕ ਇਹਨੂੰ ਐਕਸਟੈਂਡ ਕਰ ਦਿੱਤਾ ਗਿਆ। ਤੇ ਦੂਜਾ ਜਿਹੜੀ ਇਹ ਰਿਕੁਆਇਰਮੈਂਟ ਸੀ ਕਿ ਤੁਸੀਂ 24 ਅਗਸਤ ਤੋਂ ਪਹਿਲਾਂ ਵਿਜ਼ਟਰ ਦੇ ਤੌਰ ਤੇ ਆਏ ਹੋਣੇ ਚਾਹੀਦੇ ਹੋ ਉਹਨੂੰ ਵੀ ਹਟਾ ਦਿੱਤਾ। ਹੁਣ ਰਿਗਾਰਡਲੈਸ ਤੁਸੀਂ ਕਿਹੜੀ ਵੀ ਤਰੀਕ ਨੂੰ ਆਏ ਹੋ ਤਾਂ ਵੀ ਤੁਸੀਂ ਵਿਦ ਇਨ ਕੈਨੇਡਾ ਵਰਕਰ ਦੇ ਤੌਰ ਤੇ ਅਰਜ਼ੀ ਕਰ ਸਕੋਗੇ ਪਰ ਉਹ 31 ਅਗਸਤ ਤੋਂ ਪਹਿਲਾਂ। ਜੀ ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਜੀ? ਮੈਂ ਜੀ ਐਡਮਿੰਟਨ ਤੋਂ ਬੋਲਦਾ ਤੇ ਮੇਰਾ ਸਵਾਲ ਸੀ ਸਪਾਊਸ ਬਾਰੇ ਜੀ ਜੂਨ ਦੇ ਫਸਟ ਵੀਕ 2020 ਕੀਤਾ ਸੀ 2020 ਜੂਨ ਦੇ ਫਸਟ ਵੀਕ ਜੀ ਪਬਲਿਕ ਲਾਜ਼ਮੀ ਫਾਈਲ ਨੰਬਰ ਲੱਗ ਗਿਆ ਸੀਗਾ ਤੇ ਸਪਾਊਸ ਦਾ ਵੀਜ਼ੇ ਬਾਰੇ ਪੁੱਛਣਾ ਵੀ ਕਿਹੜੇ ਮਹੀਨੇ ਚੱਲ ਰਹੀ ਹੈ ਤੇ ਕਦੋਂ ਤੱਕ ਅਪਡੇਟ ਜੀ? ਸੋ ਤੁਹਾਡਾ ਜਿਹੜਾ ਕੇਸ ਹੈ ਜੀ ਤੁਸੀਂ ਪਰਮਾਨੈਂਟ ਤੁਹਾਡਾ ਆਪਦਾ ਕੇਸ ਹੈਗਾ ਜੀ? ਹਾਂਜੀ ਮੇਰੇ ਬੇਟੇ ਦਾ ਉਹ ਸਿਟੀਜ਼ਨ ਹੈ ਕੈਨੇਡਾ ਦਾ। ਹਾਂਜੀ ਸੋ ਉਹਨੇ ਹਾਂਜੀ ਸਰ ਉਹਦੀ ਮੈਰਿਜ ਉਹਦੀ ਵਾਈਫ ਬਾਰੇ ਉਹਦਾ ਕੇਸ ਬਾਰੇ ਬਿਲਕੁਲ ਜੀ। ਸੋ ਉਹਨੇ ਸਪਾਂਸਰਸ਼ਿਪ ਅਰਜ਼ੀ ਦਾਖਲ ਕੀਤੀ ਹੈ। ਸੋ ਸਪਾਂਸਰਸ਼ਿਪ ਅਰਜ਼ੀ ਹੈ ਜਿਹੜੀ ਉਹ CIO ਜਿਹੜਾ ਕੇਸ ਪ੍ਰੋਸੈਸਿੰਗ ਸੈਂਟਰ ਸਿਡਨੀ ਨੋਵਾ ਸਕੋਸ਼ੀਆ ਉੱਥੇ ਗਈ ਹੋਣੀ ਹੈ। ਤੁਹਾਨੂੰ ਉੱਥੋਂ ਸਿਡਨੀ ਨੋਵਾ ਸਕੋਸ਼ੀਆ ਤੋਂ ਉਹਦਾ ਕੋਈ ਫਾਈਲ ਨੰਬਰ ਆ ਗਿਆ ਹੈ ਜੀ? ਫਾਈਲ ਨੰਬਰ ਜੂਨ 2020 ਚ ਆ ਗਿਆ ਸੀ ਫਸਟ ਵੀਕ। ਹਾਂਜੀ ਬਹੁਤ ਵਧੀਆ। ਤੇ ਫਾਈਲ ਨੰਬਰ ਆਉਣ ਤੋਂ ਬਾਅਦ ਫਿਰ ਕੀ ਹੋਇਆ? ਫਿਰ ਕੋਈ ਪ੍ਰੋਸੈਸ ਦੱਸ ਰਿਹਾ ਪ੍ਰੋਸੈਸ ਅੰਡਰ ਪ੍ਰੋਸੈਸ। नहीं जी फाइल नंबर आ गया कि आप जी दे सन दी
ਸਪਾਂਸਰਸ਼ਿਪ ਦੀ ਮਨਜ਼ੂਰੀ ਹੋ ਚੁੱਕੀ ਹੈ ਜਾਂ ਨਹੀਂ ਹੋ ਚੁੱਕੀ ਹੈ? ਫਾਈਲ ਨੰਬਰ ਲੱਗ ਗਿਆ ਸੀ, ਉਦੋਂ ਕਹਿੰਦਾ ਨਹੀਂ ਸਾਨੂੰ ਕੋਈ ਇਨਫੋਰਮੇਸ਼ਨ ਸੀ। ਉਹ ਕਹਿੰਦੇ ਪ੍ਰੋਸੈਸ ਜਦੋਂ ਅਸੀਂ ਵੇਖੀ ਜਾਂਦੇ ਕਰੈਕਟ। ਹਾਂਜੀ, ਸ਼ਾਇਦ ਆਪ ਜੀ ਮੇਰਾ ਸਵਾਲ ਨਹੀਂ ਸਮਝ ਰਹੇ। ਮੈਂ ਆਪ ਜੀ ਨੂੰ ਇਹ ਰਿਕੁਐਸਟ ਕਰੂੰਗਾ ਕਿ ਸਕਰੀਨ ਦੇ ਥੱਲੇ ਨੰਬਰ ਆ ਰਿਹਾ ਹੈਗਾ, ਤੁਸੀਂ ਸਾਡੇ ਆਫਿਸ ਨੂੰ ਜਿਹੜਾ ਕਾਲ ਕਰ ਲਿਓ ਜੀ, ਉਹ ਮੇਰੇ ਨਾਲ ਅਪਾਇੰਟਮੈਂਟ ਬਣਾ ਦੇਣਗੇ ਤੇ ਆਪਾਂ ਫਿਰ ਅੱਗੇ ਵਿਚਾਰ ਕਰ ਸਕਾਂਗੇ, ਕਿਉਂਕਿ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਤੁਹਾਨੂੰ ਪੁੱਛਣੇ ਪੈਣੇ ਹੈਗੇ ਜੇ ਤੋਂ ਅੱਗੇ। ਸ਼ਾਇਦ ਤੁਹਾਨੂੰ ਉਹ ਸਵਾਲ ਬਾਰੇ ਜਾਣਕਾਰੀ ਨਹੀਂ ਹੈਗੀ ਹੈ, ਤੇ ਕਿਉਂਕਿ ਉਹ ਮੈਂ ਵੀ ਤੁਹਾਡੇ ਸਾਹਮਣੇ ਉਹਨੂੰ ਦੇਖਦਾ ਫਾਈਲ ਨੂੰ, ਸੋ ਉਹਦੇ ਕੋਲ ਸ਼ਾਇਦ ਜ਼ਿਆਦਾ ਜਾਣਕਾਰੀ। ਬਿਲਕੁਲ ਜੀ, ਸ਼ੁਕਰੀਆ ਸਰ ਕਾਲ ਕਰਨ ਲਈ। ਤੁਸੀਂ ਟੋਰਾਂਟੋ, ਸਰੀ ਐਂਡ ਐਬਟਸਫੋਰਡ ਤਿੰਨੋਂ ਆਫਿਸਰਸ ਦੇ ਨੰਬਰ ਨੇ, ਜਿਹੜੇ ਆਫਿਸ ਤੇ ਕਾਲ ਕਰਨੀ ਹੈ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਿਓ ਜੀ। ਸ਼ੁਕਰੀਆ ਕਾਲ ਕਰਨ ਲਈ ਤੁਹਾਡਾ। ਜਾਣਕਾਰੀ ਸਰ ਥੋੜੀ ਜੀ ਇਹ ਕਵਾਂਗੇ ਦਰਸ਼ਕਾਂ ਨੂੰ, ਜਦੋਂ ਤੁਸੀਂ ਆਪਣਾ ਕੋਈ ਕੇਸ ਡਿਸਕਸ ਕਰਦੇ ਹੋ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਜ਼ਰੂਰ ਰੱਖੋ। ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਮੈਂ ਸਰਵਰ ਟੀਮ ਨੂੰ ਕਵਾਂਗੀ ਸਾਡੀ ਕਾਲ ਫਾਰਵਰਡ ਕਰ ਦਿੱਤੀ ਜਾਵੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਟੀਵੀ ਦੀ ਆਵਾਜ਼ ਥੋੜੀ ਜੀ ਘੱਟ ਕਰ ਦਿਓ ਪਲੀਜ਼। ਹਾਂਜੀ ਕਰਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ ਤੇ ਕੀ ਪੁੱਛਣਾ ਚਾਹੁੰਦੇ ਹੋ? ਜੀ ਮੈਂ ਅਮਰੀਕ ਸਿੰਘ ਬੋਲ ਰਿਹਾ ਜੀ, ਵਿਨੀਪੈਗ ਤੋਂ। ਜੀ ਅਮਰੀਕ ਜੀ ਦੱਸੋ ਜੀ, ਕੀ ਸਵਾਲ ਹੈ? ਮੈਂ ਪੁੱਛਣਾ ਸੀ, ਅਸੀਂ ਆਪਣੇ ਸੁਪਰ ਵੀਜ਼ੇ ਤੇ ਆਏ ਹੋਏ ਹਾਂ ਜੀ, 2017 ਚ ਆਏ ਸੀ ਇੱਥੇ, ਤੇ ਉਹ ਪੇਰੈਂਟਸ ਦੇ ਜਿਹੜੀ ਲੱਗਣਾ ਜੀ ਆਪਣਾ ਡਰਾ, ਹੁਣ ਦੂਜਾ ਕਹਿੰਦੇ ਸੀ ਲੱਗਣਾ 30,000 ਫਾਈਲਾਂ ਦਾ, ਉਹ ਕਦੋਂ ਲੱਗਣਾ ਜੀ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਮੈਂ ਇੱਕ ਹੋਰ ਆਨਸਰ, ਜਿਵੇਂ ਹੁਣ ਜ਼ਿਕਰ ਕਰ ਰਹੇ ਸੀ ਆਪਣੇ, ਮੈਂ ਨਾਮ ਭੁੱਲ ਗਿਆ, ਗਰੇਵਾਲ ਸਾਹਿਬ ਨੇ, ਕੀ ਨਾਂ ਇਹਨਾਂ ਦਾ? ਜੀ ਗੁਰਪ੍ਰੀਤ ਖਹਿਰਾ ਜੀ ਨੇ। ਹਾਂ ਖਹਿਰਾ ਜੀ। ਤੇ ਜਿਵੇਂ ਕਹਿੰਦੇ ਸੀ ਵਰਕ ਪਰਮਿਟ, ਇਹਦਾ ਕੋਈ ਏਜ ਲਿਮਿਟ ਨਹੀਂ ਹੈ ਜੀ ਵਰਕ ਪਰਮਿਟ ਵਾਸਤੇ? ਜਿਵੇਂ ਮੇਰੀ 63 ਦੀ ਏਜ ਹੈ ਜੀ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਦੱਸਣ ਸ਼ੁਕਰੀਆ ਵਾਲੇ ਉਹ ਦੱਸੋ ਜੀ, ਪੇਰੈਂਟਸ ਦਾ ਡਰਾ ਕਦੋਂ ਚੱਲਣਾ ਜੀ। ਸ਼ੁਕਰੀਆ ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ। ਐਕਚੁਅਲੀ ਮੈਂ ਬਰੈਂਪਟਨ ਤੋਂ ਬੋਲ ਰਹੀ ਹਾਂ ਜੀ। ਮੇਰੀ ਐਕਚੁਅਲੀ ਕੁਐਰੀ ਹੈ ਇੱਕ, ਮੈਂ 3 ਮੰਥ ਪਹਿਲਾਂ ਹੀ ਸਟੂਡੈਂਟ ਵੀਜ਼ਾ ਤੇ ਆਈ ਹਾਂ ਇੱਥੇ ਕੈਨੇਡਾ, ਲਾਈਕ ਤੇ ਮੇਰੀ ਆਲਰੇਡੀ ਪੀਆਰ ਦੀ ਫਾਈਲ ਲੱਗੀ ਹੋਈ ਹੈ। ਲਾਈਕ ਮੈਂ ਅਪਲਾਈ ਕੀਤਾ ਹੋਇਆ ਪੀਆਰ ਦੇ ਪੂਲ ਦੇ ਵਿੱਚ ਹੈ ਫਾਈਲ, ਫੈਡਰਲ ਸਕਿਲਡ ਵਰਕਰ ਦੇ ਅੰਡਰ ਜੀ। ਤੇ ਹੁਣ ਜਿਹੜੀ ਮੇਰੀ ਐਜੂਕੇਸ਼ਨ ਹੈ ਉਹ ਨੈਕਸਟ ਅਪ੍ਰੈਲ ਦੇ ਵਿੱਚ ਖਤਮ ਹੋਣ ਵਾਲੀ ਹੈ। ਤੇ ਮੇਰਾ ਕੁਐਸਚਨ ਇਹ ਸੀਗਾ ਕਿ ਮੈਂ ਲਾਈਕ ਸਟੱਡੀ ਤੋਂ ਬਾਅਦ ਜਿੱਦਾਂ ਹੁਣ ਮੇਰੀ ਪੀਆਰ ਫਾਈਲ ਲੱਗੀ ਹੋਈ ਹੈ, ਮੈਂ ਨਾਲ ਦੇ ਨਾਲ ਵਰਕ ਪਰਮਿਟ ਵਾਸਤੇ ਅਪਲਾਈ ਕਰ ਸਕਦੀ ਹਾਂ ਜਾਂ ਨਹੀਂ, ਜਾਂ ਮੈਨੂੰ ਪੀਆਰ ਵਾਲੀ ਫਾਈਲ ਵਿਦਡਰਾ ਕਰਨੀ ਪਏਗੀ? ਟੀਵੀ ਸਕਰੀਨ ਤੇ ਆਨਸਰ ਜੀ। ਟੀਵੀ ਸਕਰੀਨ ਤੇ ਆਨਸਰ ਦੇ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਸਤਿ ਸ੍ਰੀ ਅਕਾਲ ਤਰਨਪੈਨ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂ, ਮੈਂ ਸਪੋਰਟ ਤੋਂ ਬੋਲਦਾ ਬੇਟੇ। ਹਾਂਜੀ ਦੱਸੋ ਜੀ। ਖਹਿਰਾ ਸਾਹਿਬ ਨਾਲ ਮਾੜੀ ਜਿਹੀ ਗੱਲ ਕਰਨੀ ਸੀ। ਹਾਂਜੀ ਹਾਂਜੀ ਦੱਸੋ, ਖਹਿਰਾ ਸਾਹਿਬ ਨਾਲ ਹੀ ਬੈਠੇ ਨੇ, ਕੀ ਸਵਾਲ ਹੈ ਤੁਹਾਡਾ? ਹਾਂਜੀ, ਉਹ ਮੇਰਾ ਇੱਕ ਰਿਲੇਟਿਵ ਹੈ ਜੀ, 62 ਈਅਰ, ਉਹ ਗਿਆ ਹੋਇਆ ਪਿਛਲੇ ਸਤੰਬਰ ਦਾ ਇੰਡੀਆ, ਤੇ ਉੱਥੇ ਹੁਣ ਸਤੰਬਰ ਚ ਗਿਆ ਸੀ 19 ਚ, ਤੇ ਉੱਥੇ ਹੁਣ ਕੋਵਿਡ ਹੋ ਗਿਆ, ਚੱਲ ਪਿਆ ਕਰੋਨਾ ਜੀ, ਤੇ ਉਹ ਆ ਨਹੀਂ ਸਕਿਆ ਜੀ। ਉਹ ਹੁਣ ਉਹਦਾ ਜਿਹੜਾ ਉਹ ਹੈਗਾ ਨਾ ਆਪਣਾ ਪੀਆਰ ਕਾਰਡ, ਉਹ ਜੂਨ ਚ ਐਕਸਪਾਇਰ ਹੋ ਜਾਣਾ ਜੀ, ਉਹਦੇ ਬਾਰੇ ਪੁੱਛਣਾ ਸੀ। ਜ਼ਰੂਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਸ਼ਾਇਦ ਫੋਨ ਡਿਸਕਨੈਕਟ ਹੋ ਗਿਆ ਜੀ ਸਰ। ਆਪਾਂ ਇੱਕ ਇੱਕ ਕਰਕੇ ਸਵਾਲਾਂ ਦੇ ਜਵਾਬ ਦੇਣਾ ਸ਼ੁਰੂ ਕਰੀਏ। ਕਾਲਰ ਜੁੜ ਗਏ ਨੇ, ਇਸ ਤੋਂ ਬਾਅਦ ਕੁਝ ਸਮੇਂ ਲਈ ਅਸੀਂ ਕਾਲਸ ਹੋਲਡ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਮੈਂ ਪ੍ਰਿੰਸਟਨ ਤੋਂ ਬੋਲ ਰਿਹਾ ਜੀ। ਮੈਂ ਵਰਕ ਪਰਮਿਟ ਤੇ ਆ ਤੇ ਮੈਂ ਇੱਧਰ ਮੂਵ ਹੋ ਗਿਆ ਸੀਗਾ, ਬਟ ਮੇਰੀ ਕੰਪਨੀ ਜਿਹੜੀ ਆ ਉਹ ਹੈਲੋ, ਆਵਾਜ਼ ਕੱਟ ਰਹੀ। ਹਾਂਜੀ ਹਾਂਜੀ ਸਰ, ਆਪਣਾ ਸਵਾਲ ਤੁਸੀਂ ਰਿਪੀਟ ਕਰਿਓ, ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ। ਮੈਂ ਕਹਿ ਰਿਹਾ ਸੀ ਮੈਂ ਪ੍ਰਿੰਸ ਐਡਵਰਡ ਮੂਵ ਹੋ ਗਿਆ ਸੀਗਾ ਜੀ ਪੀਆਰ ਵਾਸਤੇ, ਤੇ ਮੇਰੀ ਕੰਪਨੀ ਜਿਹੜੀ ਆ ਉਹ ਪ੍ਰਿੰਸ ਐਡਵਰਡ ਰਜਿਸਟਰਡ ਆ ਜੀ, ਬਟ ਸਾਡਾ ਜਿਹੜਾ ਮੇਨ ਆਫਿਸ ਆ ਉਹ ਬਰੈਂਪਟਨ ਆ, ਤੇ ਮੈਨੂੰ ਕਹਿੰਦੇ ਕਿ ਹੁਣ ਸਾਨੂੰ ਤੁਹਾਡੀ ਉੱਧਰ ਲੋੜ ਆ, ਤੇ ਅਗਰ ਮੈਂ ਵਾਪਸ ਜਾਣਾ ਹੈ ਤੇ ਮੈਂ ਆਪਣੀ ਜਿਹੜੀ ਪੀਐਨਪੀ ਆ ਉਹ ਮੈਂ ਪ੍ਰਿੰਸ ਐਡਵਰਡ ਤੋਂ ਲਗਾਵਾਂਗਾ ਕਿ ਬਰੈਂਪਟਨ ਤੋਂ, ਤੇ ਜੇ ਮੈਂ ਵਾਪਸ ਵੀ ਜਾਣਾ ਹੈ, ਜਿਵੇਂ ਮੇਰਾ ਐਕਸਪੀਰੀਅੰਸ ਜਿਹੜਾ ਉਹ ਪ੍ਰਿੰਸ ਐਡਵਰਡ ਦਾ ਆਲਰੇਡੀ ਹੈਗਾ ਆ, ਤੇ ਜੇ ਮੈਂ ਇੱਥੇ ਰਹਿ ਸਕਦਾ ਕਿ ਮੈਂ ਵਾਪਸ ਜਾ ਕੇ ਉੱਥੇ ਜਾ ਕੇ ਪੀਆਰ ਲਗਾਵਾਂ। ਤੁਸੀਂ ਕੀ ਕੰਮ ਕਰਦੇ ਆ ਜੀ? ਮੈਂ ਇੱਥੇ ਆਪਰੇਸ਼ਨ ਮੈਨੇਜਰ ਆ, ਤੇ ਉੱਥੇ ਵੀ ਮੇਰੀ ਸੇਮ ਪੋਜੀਸ਼ਨ ਆ, ਤੇ ਜਿਹੜੀ ਕੰਪਨੀ ਆ ਜਿਹੜੀ ਉਹ ਪ੍ਰਿੰਸ ਐਡਵਰਡ ਰਜਿਸਟਰਡ ਆ। ਜੀ ਬਿਲਕੁਲ। ਤੁਸੀਂ ਟੀਵੀ ਸਕਰੀਨ ਦੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਤੇ ਹੁਣ ਕੁਝ ਸਮੇਂ ਲਈ ਅਸੀਂ ਕਾਲਸ ਹੋਲਡ ਕਰ ਰਹੇ ਹਾਂ, ਫਿਰ ਇਸ ਤੋਂ ਬਾਅਦ ਅਸੀਂ ਤੁਹਾਡੀਆਂ ਕਾਲਸ ਲੈਣੇ ਆ। ਸਰ ਅਮਰੀਕ ਸਿੰਘ ਜੀ ਦੀ ਕਾਲ ਆਈ ਸੀ ਸੁਪਰ ਵੀਜ਼ਾ ਤੇ ਪੁੱਛ ਰਹੇ ਨੇ ਕਿ ਐਪਲੀਕੇਸ਼ਨਸ ਪੇਰੈਂਟਸ ਦੀਆਂ ਕਦੋਂ ਨਿਕਲਣਗੀਆਂ ਜਿਹੜੀਆਂ 30,000 ਦੀਆਂ ਔਨ ਡਰਾ। ਬਿਲਕੁਲ, ਆਪਾਂ ਪਿਛਲੀ ਵਾਰ ਵੀ ਤਰਨੇ ਦੇ ਬਾਰੇ ਡਿਸਕਸ ਕੀਤਾ ਸੀਗਾ।
ਸੋ ਇਹ ਆਸ ਹੈ ਕਿ ਸੈਪਟੈਂਬਰ ਦੇ ਨੇੜੇ ਤੇੜੇ ਹੀ ਇਹ ਡਰਾ ਆਊਗਾ ਜੀ। ਉਹਦਾ ਰੀਜ਼ਨ ਇਹ ਹੈ ਕਿ ਹੁਣ ਆਮ ਤੌਰ ਤੇ ਅਪ੍ਰੈਲ ਦੇ ਵਿੱਚ ਉਹ ਲੋਕ ਟੈਕਸ ਭਰਨਗੇ ਤੇ ਉਹ ਤੋਂ ਬਾਅਦ ਉਹਨਾਂ ਨੂੰ ਜਿਹੜੀ ਨੋਟਿਸ ਆਫ ਅਸੈਸਮੈਂਟ ਆਉਣਾ ਮਈ ਜੂਨ ਦੇ ਨੇੜੇ ਆਊਗਾ। ਉਹੀ ਟਾਈਮ ਹੈਗਾ ਜਦੋਂ ਇਮੀਗ੍ਰੇਸ਼ਨ ਕੋਲੇ ਉਹਨਾਂ ਨੇ ਆਪਣੇ ਕਾਗਜ਼ ਪੱਤਰ ਭੇਜਣੇ ਆ। ਤਾਂ ਉਹ ਤੋਂ ਬਾਅਦ ਇਮੀਗ੍ਰੇਸ਼ਨ ਨੇ ਉਹ ਅਰਜ਼ੀਆਂ ਤੇ ਫੈਸਲਾ ਕਰਨਾ ਜਿਹੜੀਆਂ 10,000 ਲਈਆਂ ਗਈਆਂ ਨੇ। ਉਸ ਤੋਂ ਬਾਅਦ ਇਹ ਰੀਜ਼ਨੇਬਲ ਹੈ ਕਿ ਇਹ ਡਰਾ ਜਿਹੜਾ ਕੱਢਿਆ ਜਾਊਗਾ ਜੀ। हाँ, जे इलेक्शन पहला कॉल होगी तो फिर शायद कल नूं आ जाए जी बिल्कुल। नैक्सट इस तो बाद उन्होंने पूछा सी कि वर्क परमिट ਲਈ ਕੀ ਕੋਈ ਏਜ ਲਿਮਿਟ ਵੀ ਚਾਹੀਦੀ ਹੈ ਜਿਵੇਂ ਤੁਸੀਂ ਦੱਸਿਆ ਸੀ ਟੂਰਿਸਟ ਦੇ ਲਈ? ਹਾਂਜੀ, ਸੋ ਕੋਈ ਵੀ ਇੰਡੀਵਿਜੂਅਲ ਜਿਹੜਾ ਕੰਮ ਕਰਨ ਦੀ ਕੈਪੈਸਿਟੀ ਰੱਖਦਾ ਜੀ ਉਹ ਕੰਮ ਕਰ ਸਕਦਾ। ਆਮ ਤੌਰ ਤੇ ਰਿਟਾਇਰਮੈਂਟ ਏਜ ਕੈਨੇਡਾ ਚੋਂ 65 ਇਅਰਸ ਮੰਨੀ ਜਾਂਦੀ ਹੈ। ਪਹਿਲਾਂ ਇਹ ਨਹੀਂ ਕਿ ਏਜ ਮੈਟਰ ਕਰਦੀ ਹੈ, ਉਹ ਨਾਲ ਇਹ ਵੀ ਮੈਟਰ ਕਰੂਗਾ ਨਾ ਕਿ ਉਹ ਜਿਹੜਾ ਕੰਮ ਉਹ ਕਰਨ ਜਾ ਰਹੇ ਨੇ ਉਹਦੀਆਂ ਰਿਕੁਆਇਰਮੈਂਟਸ ਉਹ ਪੂਰੀਆਂ ਕਰਦੇ ਆ ਕਿ ਨਹੀਂ ਕਰਦੇ। ਹਾਂ, ਜੇ ਉਹ ਫਾਰਮ ਵਰਕਰ ਦਾ ਹੀ ਕੰਮ ਕਰਨਾ ਹੈਗਾ ਉਹਨਾਂ ਨੇ, ਹਾਂਜੀ, ਫਿਰ ਉਹ ਬਿਲਕੁਲ ਕਰ ਸਕਦੇ ਆ। ਪਰ ਜੇ ਉਹ ਕੋਈ ਹੋਰ ਉਹਨਾਂ ਨੂੰ ਜੌਬ ਹੈ ਤਾਂ ਉਹਦੀ ਸਰਟਨ ਐਜੂਕੇਸ਼ਨ ਰਿਕੁਆਇਰਮੈਂਟ ਹੈ, ਉਹਦੀ ਐਕਸਪੀਰੀਅੰਸ ਰਿਕੁਆਇਰਮੈਂਟ ਹੈ, ਉਹਦੀਆਂ ਲੈਂਗੁਏਜ ਰਿਕੁਆਇਰਮੈਂਟਸ ਨੇ ਉਹ ਮੀਟ ਕਰਨੀਆਂ ਜ਼ਰੂਰੀ ਹਨ ਜੀ। ਨੈਕਸਟ ਬ੍ਰੈਂਪਟਨ ਤੋਂ ਕਾਲ ਆਈ ਸੀ ਮੈਮ ਦੀ ਤੇ ਉਹਨਾਂ ਦੀ ਕਾਫੀ ਡਿਟੇਲਸ ਜਾਣਕਾਰੀ ਦਿੱਤੀ ਸੀ। ਉਹਨਾਂ ਨੇ ਅਖੀਰ 'ਚ ਪੁੱਛਿਆ ਸੀ ਕਿ ਵਰਕ ਪਰਮਿਟ ਦੀ ਐਪਲੀਕੇਸ਼ਨ ਜੇ ਉਹਨਾਂ ਨੇ ਪਾਉਣੀ ਆ ਤਾਂ ਕੀ ਪੀਆਰ ਦੀ ਵਿਡਰਾ ਕਰਨੀ ਪੈਗੀ? ਉਹ ਸਟੂਡੈਂਟ ਵੀਜ਼ਾ ਤੇ ਵੀ ਨੇ ਇੱਥੇ। ਬਿਲਕੁਲ ਜੀ। ਸੋ ਇਹ ਕਾਫੀ ਜਿਹੜਾ ਟੈਕਨੀਕਲ ਸਵਾਲ ਹੈਗਾ, ਸੋ ਇਹਨੂੰ ਕੁਝ ਹਿੱਸਿਆਂ 'ਚ ਵੰਡਣਾ ਪੈਣਾ। ਸਭ ਤੋਂ ਪਹਿਲਾਂ ਤਾਂ ਇੱਕ ਹਿੱਸਾ ਹੈਗਾ ਉਹਨਾਂ ਦਾ ਪਰਮਨੈਂਟ ਰੈਜ਼ੀਡੈਂਸ ਐਪਲੀਕੇਸ਼ਨ, ਜਿਹੜੀ ਕਿ ਸੈਲਫ ਐਕਸਪਲੇਨੇਟਰੀ ਹੈ ਕਿ ਉਹ ਐਕਸਪਲੇਨ ਕਰਦੀ ਹੈ ਕਿ ਉਹਨਾਂ ਨੇ ਕੈਨੇਡਾ 'ਚੋਂ ਪੱਕੇ ਤੌਰ ਤੇ ਆਉਣ ਲਈ ਅਰਜ਼ੀ ਦਾਖਲ ਕੀਤੀ ਹੈ। ਹਾਲੇ ਉਹ ਅਰਜ਼ੀ ਨਹੀਂ ਹੈਗੀ, ਉਹ ਸਿਰਫ ਪੂਲ 'ਚ ਦਾਖਲਾ ਲਿਆ ਹੈ, ਕੋਈ ਇਨਵਾਈਟ ਹਾਲੇ ਨਹੀਂ ਆਇਆ ਹੈਗਾ। ਦੂਜਾ ਹਿੱਸਾ ਹੈਗਾ ਉਹਨਾਂ ਦਾ ਜਿਹੜਾ ਉਹਨਾਂ ਦਾ ਕਰੰਟ ਸਟੇਟਸ ਹੈ। ਕਰੰਟ ਸਟੇਟਸ ਉਹਨਾਂ ਦਾ ਹੈਗਾ ਉਹ ਸਟੱਡੀ ਪਰਮਿਟ ਹੋਲਡਰ ਹੈਗਾ, ਜਿਹੜਾ ਜਿਹਨੂੰ ਗਵਰਨ ਕਰਦੀ ਹੈ ਰੈਗੂਲੇਸ਼ਨ 220। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਵਰਕ ਪਰਮਿਟ ਲਈ ਅਰਜ਼ੀ ਕਰਨੀ ਹੈਗੀ ਹੈ। ਉਹ ਵਰਕ ਪਰਮਿਟ 'ਚ ਬੇਸਡ ਹੁੰਦਾ ਇਹਨਾਂ ਦੀ ਪੜ੍ਹਾਈ ਤੋਂ ਬਾਅਦ ਦੇ ਉੱਤੇ, ਤਾਂ ਉਹਨੂੰ ਰੈਗੂਲੇਸ਼ਨ ਗਵਰਨ ਕਰੂਗੀ 205। ਸੋ ਹੁਣ ਇਹ ਕਾਨੂੰਨ ਦੀਆਂ ਵੱਖੋ ਵੱਖਰੀਆਂ ਧਾਰਾਵਾਂ ਦੇ ਥੱਲੇ ਵੱਖੋ ਵੱਖਰੀਆਂ ਅਰਜ਼ੀਆਂ ਨੇ। ਜਿਹੜਾ ਲਾਅ ਹੈ ਜੀ ਉਹ ਇਹ ਕਹਿੰਦਾ ਤੁਸੀਂ ਇੱਕ ਕੈਟਾਗਰੀ ਦੇ ਵਿੱਚ 2 ਅਰਜ਼ੀਆਂ ਨਹੀਂ ਦਾਖਲ ਕਰ ਸਕਦੇ, ਪਰ ਵੱਖੋ ਵੱਖਰੀਆਂ ਕੈਟਾਗਰੀਜ਼ ਦੇ ਵਿੱਚ ਕਿੰਨੀਆਂ ਵੀ ਅਰਜ਼ੀਆਂ ਦਾਖਲ ਕਰ ਸਕਦੇ ਹੋ। ਤੁਸੀਂ ਜਿਹੜਾ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚੋਂ ਆਪਣਾ ਨਾਂ ਦਾਖਲ ਕੀਤਾ ਹੈ, ਉਹ ਹਾਲੇ ਦਾਖਲ ਕੀਤਾ ਕਿ ਜੇ ਮੇਰਾ ਪੁਆਇੰਟ ਹੋਊਗੇ, ਮੈਨੂੰ ਡਰਾ ਹੋਊਗਾ, ਫਿਰ ਮੇਰੀ ਵਾਰੀ ਆਊਗੀ। ਉਸ ਤੋਂ ਬਾਅਦ ਤੁਸੀਂ ਅਰਜ਼ੀ ਕਰੋਗੇ, ਉਹ ਬਿਲਕੁਲ ਤੁਸੀਂ ਅਰਜ਼ੀ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਅੱਜ ਕੈਨੇਡਾ ਦੇ ਵਿੱਚ ਹੈਗੇ ਹੋ, ਜਿਹੜਾ ਤੁਸੀਂ ਦੱਸਿਆ ਉਹ ਹੈਗਾ ਟੈਂਪਰੇਰੀ ਸਟੇਟਸ, ਉਹ ਹੈਗੀ ਪਰਮਨੈਂਟ ਰੈਜ਼ੀਡੈਂਸ ਲਈ ਅਰਜ਼ੀ, ਇਹ ਹੈਗਾ ਟੈਂਪਰੇਰੀ ਸਟੇਟਸ। ਇਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਲਈ ਅਪਲਾਈ ਕਰਨਾ ਹੈ, ਉਹ ਵੀ ਟੈਂਪਰੇਰੀ ਸਟੇਟਸ ਲਈ ਕਰ ਲਿਆ। ਸੋ ਤੁਸੀਂ 2 ਪਰਮਨੈਂਟ ਰੈਜ਼ੀਡੈਂਸ ਅਰਜ਼ੀਆਂ ਨਹੀਂ ਕਰ ਰਹੇ, ਤੁਸੀਂ ਇੱਕ ਟੈਂਪਰੇਰੀ ਰੈਜ਼ੀਡੈਂਸ ਲਈ ਅਰਜ਼ੀ ਕਰ ਰਹੇ ਹੋ, ਇੱਕ ਪਰਮਨੈਂਟ ਰੈਜ਼ੀਡੈਂਸ ਲਈ ਅਰਜ਼ੀ ਕਰ ਰਹੇ ਹੋ। ਤਾਂ ਤੁਹਾਨੂੰ ਕੋਈ ਡਰਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੈ। ਰਾਦਰ ਜੇ ਤੁਸੀਂ ਹੁਣ ਉੱਥੇ ਪੂਲ 'ਚ ਕਰਿਆ, ਤੁਸੀਂ ਪੜ੍ਹਾਈ ਕਰ ਲਈ, ਇਹ ਪੁਆਇੰਟ ਵੀ ਤੁਹਾਡੇ ਉਹਦੇ 'ਚ ਐਡ ਹੋ ਜਾਣਗੇ। ਉਸ ਤੋਂ ਬਾਅਦ ਜੇ ਤੁਸੀਂ ਹਾਇਰ ਸਕਿੱਲ ਜੌਬ ਕਰ ਲਈ, ਉਹ ਪੁਆਇੰਟ ਵੀ ਤੁਹਾਡੇ ਉਹਦੇ 'ਚ ਐਡ ਹੋ ਜਾਣਗੇ ਜੀ। ਸੋ ਤੁਹਾਨੂੰ ਕੋਈ ਵਿਡਰਾ ਕਰਨ ਦੀ ਜ਼ਰੂਰਤ ਨਹੀਂ, ਜੋ ਤੁਸੀਂ ਉਹਨੂੰ ਕੰਟੀਨਿਊ ਕਰਦੇ ਜਾਓ। ਪਰ ਮੈਂ ਆਪ ਜੀ ਨੂੰ ਇਹ ਸਲਾਹ ਦੇਣਾ ਚਾਹੁੰਦਾ ਕਿ ਜੇ ਤੁਸੀਂ 1 ਸਾਲ ਦੀ ਪੜ੍ਹਾਈ ਕਰਕੇ 1 ਸਾਲ ਦਾ ਹੀ ਵਰਕ ਪਰਮਿਟ ਲਾਓਗੇ, ਉਹ ਤੁਹਾਨੂੰ ਘੱਟ ਫਾਇਦਾ ਦੇਊਗਾ। ਤੁਸੀਂ 2 ਸਾਲ ਦੀ ਪੜ੍ਹਾਈ ਕਰੋ ਤਾਂ ਕਿ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਹੈ ਜਿਹੜਾ ਉਹ ਮਿਲ ਜੇ। ਇੱਕ ਤਾਂ ਤੁਹਾਨੂੰ 2 ਸਾਲ ਦੀ ਪੜ੍ਹਾਈ ਦੇ ਨੰਬਰ ਜ਼ਿਆਦਾ ਮਿਲ ਜਾਣਗੇ ਜੀ, ਤੇ ਦੂਜਾ ਜਦੋਂ 2 ਸਾਲ ਦੀ ਪੜ੍ਹਾਈ ਕਰਕੇ ਤੁਸੀਂ ਦੁਬਾਰੇ ਐਪਲੀਕੇਸ਼ਨ ਕਰਦੇ ਹੈ ਤਾਂ ਕਿਉਂਕਿ ਜੇ ਉਹ ਤੁਹਾਡਾ ਸਾਲ ਨਹੀਂ ਨਾ ਆਉਂਦਾ ਤਾਂ ਉਹ ਐਪਲੀਕੇਸ਼ਨ ਆਪੇ ਸਾਈਨਡ ਆਏ ਹੋ ਜੂਗੀ ਜੀ। ਬਿਲਕੁਲ। ਨੈਕਸਟ ਐਬਰਟਸਫੋਰਡ ਤੋਂ ਕਾਲ ਆਈ ਸੀ ਸਰ ਦੀ, ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਕੋਈ ਨੌਨ ਇੰਡੀਆ ਵਿੱਚ ਗਏ ਸੀ, ਉਸ ਤੋਂ ਬਾਅਦ ਕੋਵਿਡ ਉੱਥੇ ਹੋ ਗਿਆ, ਦੈਨ ਪੀਆਰ ਕਾਰਡ ਉਹਨਾਂ ਦਾ ਜੂਨ 'ਚ ਐਕਸਪਾਇਰ ਹੋਣ ਵਾਲਾ, ਕੀ ਕੀਤਾ ਜਾਵੇ? ਆਪਾਂ ਇਸ ਪਾਰਟਿਕੂਲਰ ਮਾਮਲੇ ਬਾਰੇ ਪਹਿਲਾਂ ਵੀ ਗੱਲ ਕੀਤਾ ਸੀ। ਇਹ ਕਾਲਰ ਨਹੀਂ ਸੀ ਪਰ ਸਿਮਿਲਰ ਸਿਚੁਏਸ਼ਨ ਸੀ। ਮੈਂ ਫਿਰ ਤੋਂ ਦੱਸਣਾ ਚਾਹੁੰਦਾ ਜੀ ਕਿ ਜੀ ਜੂਨ 'ਚ ਉਹਨਾਂ ਦਾ ਕਾਰਡ ਐਕਸਪਾਇਰ ਹੋ ਰਿਹਾ ਹੈ, ਉਹ ਜੂਨ ਤੋਂ ਪਹਿਲਾਂ ਕਿਸੇ ਵੀ ਵੇਲੇ ਕੈਨੇਡਾ ਦੇ ਵਿੱਚ ਆ ਸਕਦੇ ਹੈਗੇ ਨੇ। ਤੇ ਇਮੀਗ੍ਰੇਸ਼ਨ ਮਹਿਕਮੇ ਨੇ ਇਹ ਗੱਲ ਕਲੀਅਰਲੀ ਸਟੇਟ ਕੀਤੀ ਹੈ ਕਿ ਕੋਵਿਡ ਨੂੰ ਇੱਕ ਰੀਜ਼ਨੇਬਲ ਐਕਸਪਲੇਨੇਸ਼ਨ ਨਹੀਂ ਮੰਨਿਆ ਜਾਊਗਾ, ਕਿਉਂਕਿ ਇਹ ਸਭ ਨੂੰ ਇਫੈਕਟ ਕਰ ਰਿਹਾ। ਇਹ ਤੁਹਾਡੇ 'ਚ ਖਾਸੀਅਤ ਨਹੀਂ ਨਾ ਕਿ ਤੁਹਾਡੇ ਨਾਲ ਕੋਈ ਵੱਖਰਾ ਹੋ ਗਿਆ। ਫਲਾਈਟਸ ਖੁੱਲੀਆਂ ਸੀ, ਤੁਸੀਂ ਕਦੇ ਵੀ ਜਹਾਜ਼ ਲੈ ਕੇ ਆ ਸਕਦੇ ਸੀ। ਸੋ ਤੁਸੀਂ ਇਹ ਨਹੀਂ ਕਹਿ ਸਕਦੇ ਸੀ ਕਿ ਹੁਣ ਕੋਵਿਡ ਵਾਪਰ ਗਿਆ ਇਸ ਕਰਕੇ ਮੈਂ ਆਪਣੀ ਰੈਜ਼ੀਡੈਂਸੀ ਆਬਲੀਗੇਸ਼ਨ ਪੂਰੀ ਨਹੀਂ ਕਰ ਸਕਿਆ। ਹਾਂ, ਉਹਨੂੰ ਛੋਟਾਂ ਦਿੱਤੀਆਂ ਨੇ ਕਈ ਤਰ੍ਹਾਂ ਦੀਆਂ। ਇੱਕ ਛੋਟ ਇਹ ਹੈਗੀ ਹੈ ਕਿ ਜੇ ਤੁਹਾਡਾ ਕਾਰਡ ਐਕਸਪਾਇਰ ਹੋ ਗਿਆ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਉਹ ਆਨਲਾਈਨ ਅਰਜ਼ੀ ਕਰਕੇ ਤੁਸੀਂ ਵਾਪਸ ਆ ਸਕਦੇ ਹੈਗੇ ਹੋ। ਸੋ ਜੇ ਤਾਂ ਉਹਨਾਂ ਕੋਲੇ ਕੋਵਿਡ ਤੋਂ ਇਲਾਵਾ ਕੋਈ ਐਕਸਪਲੇਨੇਸ਼ਨ ਹੈ ਫਿਰ ਤਾਂ ਕੋਈ ਪ੍ਰੋਬਲਮ ਨਹੀਂ, ਪਰ ਜੇ ਉਹਨਾਂ ਦੀ ਐਕਸਪਲੇਨੇਸ਼ਨ ਸਿਰਫ ਕੋਵਿਡ ਹੈ ਤਾਂ ਇਹ ਰੀਜ਼ਨੇਬਲ ਐਕਸਪਲੇਨੇਸ਼ਨ ਨਹੀਂ ਮੰਨੀ ਜਾਊਗੀ।
तो मैं कॉलर ਨੂੰ ਇਹ ਸਲਾਹ ਦਊਂਗਾ ਕਿ ਉਹ ਜ਼ਰੂਰ ਸਾਡੇ ਨਾਲ ਆਫਿਸ ਕਾਲ ਕਰ ਲੈਣ ਜੀ। ਜੋ ਐਬਸਫੋਰਡ ਹੈਗੇ ਨੇ ਐਬਸਫੋਰਡ ਦੇ ਨੰਬਰ ਨੂੰ ਕਾਲ ਕਰ ਲੈਣ ਤੇ ਐਬਸਫੋਰਡ ਆਫਿਸ ਮੇਰੇ ਨਾਲ ਉਹਨਾਂ ਦੀ ਅਪਾਇੰਟਮੈਂਟ ਬਣਾ ਦੂਗਾ ਤੇ ਉਹ ਤੋਂ ਬਾਅਦ ਉਹਨਾਂ ਦਾ ਮਾਮਲਾ ਡਿਸਕਸ ਕਰਿਆ ਜਾਵੇ ਕਿ ਹੋਰ ਕਿਹੜੇ ਰੀਜ਼ਨਸ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਉੱਥੇ ਰੁਕਿਆ ਗਿਆ। ਜੇ ਕੋਵਿਡ ਹੀ ਹੈਗਾ ਤਾਂ ਉਹ ਇਨਫ ਐਕਸਪਲੇਨੇਸ਼ਨ ਨਹੀਂ ਹੈਗੀ ਹੈ ਜੀ। ਪ੍ਰਿੰਸ ਐਡਵਰਡ ਵਾਲਿਆਂ ਦੀ ਵੀ ਅਸੀਂ ਗੱਲ ਦਾ ਜਵਾਬ ਦੇਵਾਂਗੇ, ਪਰ ਇੱਕ ਦਰਸ਼ਕ ਹੋਰ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਕਿੱਥੋਂ ਬੋਲ ਰਹੇ ਹੋ ਜੀ? ਮੈਮ ਅਸੀਂ BC ਤੋਂ ਬੋਲਦੇ ਪਏ ਹਾਂ। ਮੇਰਾ ਸਵਾਲ ਇਹ ਹੈ ਕਿ ਜਿੱਦਾਂ ਮੈਂ ਤੇ ਮੇਰੇ ਹਸਬੈਂਡ ਇੱਥੇ ਅਸੀਂ ਵਰਕ ਪਰਮਿਟ ਤੇ ਆ ਦੋਨੋਂ, ਤੇ ਹਾਂਜੀ ਮੈਂ ਨਾ ਜਿਵੇਂ ਪ੍ਰੈਗਨੈਂਟ ਆ ਤੇ ਮੇਰੀ ਡਿਊ ਡੇਟ ਹੈਗੀ ਹੈ April ਦੇ ਵਿੱਚ 28। ਅਸੀਂ ਆਪਣੇ ਫਾਦਰ ਇਨ ਲਾ ਮਦਰ ਇਨ ਲਾ ਦਾ ਜਿੱਦਾਂ ਅਪਲਾਈ ਕਰਨਾ ਚਾਹੁੰਦੇ ਹਾਂ, ਆਪਣੇ ਬੱਚੇ ਦੀ ਟੇਕ ਕੇਅਰ ਕਰਨ ਵਾਸਤੇ ਬੁਲਾਉਣਾ ਚਾਹੁੰਦੇ ਹਾਂ ਉਹਨਾਂ ਨੂੰ, ਤੇ ਕੀ ਅਸੀਂ ਬੁਲਾ ਸਕਦੇ ਹਾਂ ਉਹਨਾਂ ਨੂੰ ਤੇ ਉਹਦੇ ਲਈ ਸਾਨੂੰ ਕੀ ਪੇਪਰ ਵਰਕ ਰੈਡੀ ਕਰਨਾ ਪਏਗਾ? ਆਨਸਰ ਕੀ ਆਪਾਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਨੈਕਸਟ ਕਾਲਰ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਪੁੱਛਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਕੈਲਗਰੀ ਤੋਂ ਬੋਲ ਰਿਹਾ ਜੀ ਸਰ। ਹਾਂਜੀ ਮੇਰੇ ਕਜ਼ਨ ਦਾ ਨਾ ਐਕਚੁਅਲੀ ਉਹ ਓਪਨ ਵਰਕ ਪਰਮਿਟ ਤੇ ਆ, ਕਲੋਜ਼ ਵਰਕ ਪਰਮਿਟ ਤੇ। ਹਾਂਜੀ, ਤੇ ਉਹ ਇੰਡੀਆ ਜਾ ਕੇ ਵਿਆਹ ਕਰਾ ਸਕਦਾ ਵਾ? ਤੇ ਮਤਲਬ ਸਰ ਓਪਨ ਵਰਕ ਪਰਮਿਟ ਤੇ ਨੇ ਜਾਂ ਕਲੋਜ਼ ਵਰਕ ਪਰਮਿਟ ਤੇ ਨੇ? ਕਲੋਜ਼ ਵਰਕ ਪਰਮਿਟ ਤੇ ਆ ਜੀ। ਅਜੇ ਉਹਨਾਂ ਦੀ ਜੌਬ ਕੀ ਹੈਗੀ ਆ? ਜੌਬ ਉਹ ਫਾਰਮ ਚ ਮੈਨੇਜਰ ਆ ਜੀ ਜ਼ਰੂਰ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਸਰ ਪ੍ਰਿੰਸ ਐਡਵਰਡ ਵਾਲਿਆਂ ਦੀ ਜਿਨ੍ਹਾਂ ਦੀ ਪਹਿਲਾਂ ਕਾਲ ਆਈ ਸੀ ਕਿ ਬ੍ਰੈਂਪਟਨ ਆਫਿਸ ਵਾਲੇ ਉਹਨਾਂ ਨੂੰ ਬੁਲਾ ਰਹੇ ਨੇ ਤੇ ਕੀ ਉਸ ਤੋਂ ਬਾਅਦ PNP ਲਗਾ ਸਕਦੇ ਨੇ? ਇਹਨਾਂ ਦਾ ਵੀ ਇੱਕ ਬਹੁਤ ਯੂਨੀਕ ਸਿਚੁਏਸ਼ਨ ਹੈਗਾ। ਉਹ ਯੂਨੀਕ ਸਿਚੁਏਸ਼ਨ ਕੀ ਹੈਗਾ ਕਿ ਉਹ PNP ਬਾਰੇ ਵਿਚਾਰ ਕਰਨਾ ਚਾਹੁੰਦੇ ਆ ਤੇ ਨਾਲ ਦੀ ਨਾਲ ਉਹ ਪਰਮਨੈਂਟ ਰੈਜ਼ੀਡੈਂਸ ਬਾਰੇ ਵਿਚਾਰ ਕਰਨਾ ਚਾਹੁੰਦੇ ਆ। ਕੀ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਕਰਦੇ, ਇਹ ਵਿਚਾਰ ਵੀ ਉਹ ਨਾਲ ਕਰਨਾ ਚਾਹੁੰਦੇ ਆ। ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਪ੍ਰਿੰਸ ਐਡਵਰਡ ਆਈਲੈਂਡ ਦਾ ਨੋਮੀਨੀ ਪ੍ਰੋਗਰਾਮ ਹੈਗਾ, ਉਹਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਉੱਥੇ ਹੁੰਦੇ ਹੋਣੇ ਚਾਹੀਦੇ ਹੋ। ਸੋ ਤੁਹਾਡਾ ਇੰਟੈਂਟ ਹੋਣਾ ਚਾਹੀਦਾ ਟੂ ਲਿਵ ਐਂਡ ਵਰਕ ਇਨ ਪ੍ਰਿੰਸ ਐਡਵਰਡ ਆਈਲੈਂਡ। ਸੋ ਜੇ ਤੁਸੀਂ ਉੱਥੇ ਹੈ ਨਹੀਂ ਤਾਂ ਅਰਜ਼ੀ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਚਾਹੇ ਤੁਸੀਂ ਕੁਆਲੀਫਾਈ ਵੀ ਕਰਦੇ ਹੋ। ਜੇ ਤੁਸੀਂ ਅਰਜ਼ੀ ਦੌਰਾਨ ਵੀ ਪ੍ਰਿੰਸ ਐਡਵਰਡ ਆਈਲੈਂਡ ਨੂੰ ਛੱਡ ਦਿੰਦੇ ਹੋ ਤਾਂ ਵੀ ਉਹ ਅਰਜ਼ੀ ਦਾ ਕੋਈ ਮਤਲਬ, ਤੁਹਾਡੀ ਨੋਮੀਨੇਸ਼ਨ ਵਾਪਸ ਹੈ ਜਿਹੜੀ ਉਹ ਲੈ ਲਈ ਜਾਊਗੀ। ਇਸ ਤੋਂ ਇਲਾਵਾ ਜਿਹੜਾ ਦੂਜਾ ਸਵਾਲ ਸੀ ਕਿ ਉਹਨਾਂ ਦੀ ਕੰਪਨੀ ਰਜਿਸਟਰਡ ਹੈਗੀ ਹੈ ਪਰ ਉਹਦਾ ਹੈੱਡਕੁਆਟਰ ਇੱਥੇ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪਊਗਾ ਜੀ। ਜੇ ਉਹ ਆਪਰੇਸ਼ਨਸ ਉੱਥੇ ਹੈਗੇ ਨੇ ਤਾਂ ਉਹ ਕੰਪਨੀ ਜੋ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਕਰਦੀ ਹੈ ਉਹ ਜ਼ਰੂਰ ਕਰ ਸਕਦੀ ਹੈ, ਕਿਉਂਕਿ ਟੈਕਨੀਕਲੀ ਹੈੱਡਕੁਆਟਰ ਕਿਤੇ ਹੋ ਸਕਦਾ ਤੇ ਬਾਕੀ ਬ੍ਰਾਂਚਸ ਵੀ ਹੋ ਸਕਦੀਆਂ ਨੇ। ਸੋ ਪਰਟੀਕੁਲਰਲੀ ਇਹ PEI ਦੇ ਵਿੱਚ ਜੋ ਇਹਨਾਂ ਦਾ ਬ੍ਰਾਂਚ ਹੈਗਾ ਉਹਦੇ ਲਈ ਇੰਪਲੋਇਡ ਚਾਹੀਦੇ ਨੇ। ਜੇ ਬ੍ਰੈਂਪਟਨ ਬ੍ਰਾਂਚ ਲਈ ਇੰਪਲੋਇਡ ਨੇ ਫਿਰ ਇਹ ਕੁਆਲੀਫਾਈ ਨਹੀਂ ਕਰੂਗੇ। ਸੋ ਜੇ ਇੰਪਲੋਇਡ ਨੇ ਉਹ ਪਰਟੀਕੁਲਰ ਬ੍ਰਾਂਚ ਦੇ ਵਿੱਚੋਂ ਇਹ ਲਿਵ ਐਂਡ ਵਰਕ ਕਰਦੇ ਹੈਗੇ ਪ੍ਰਿੰਸ ਐਡਵਰਡ ਆਈਲੈਂਡ ਲਈ, ਫਿਰ ਕੁਆਲੀਫਾਈ ਕਰਨਗੇ। ਪਰ ਨਾਲ ਦੀ ਨਾਲ ਉਹਨਾਂ ਦੀ ਸਿਚੁਏਸ਼ਨ ਇੱਕ ਹੋਰ ਗੱਲੋਂ ਯੂਨੀਕ ਹੋ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਮੇਰੀ ਕੰਪਨੀ ਮੈਨੂੰ ਵਾਪਸ ਬੁਲਾ ਰਹੀ ਹੈ। ਸੋ ਜਿਹੜਾ ਉੱਥੇ ਦਾ ਉਹਨਾਂ ਦਾ ਐਕਸਪੀਰੀਅੰਸ ਹੈ ਉਹ ਕਾਊਂਟ ਹੋ ਸਕੂਗਾ ਟੁਵਰਡ ਕੈਨੇਡੀਅਨ ਐਕਸਪੀਰੀਅੰਸ ਕਲਾਸ, ਪਰ ਉਹ ਨੋਮੀਨੇਸ਼ਨ ਵੱਲ ਨੂੰ ਕਾਊਂਟ ਨਹੀਂ ਹੋ ਸਕੂਗਾ। ਸਿਮਿਲਰ ਸਿਚੁਏਸ਼ਨ 'ਚ ਜੇ ਉਹ ਓਨਟਾਰੀਓ ਦੇ ਵਿੱਚੋਂ ਆਪਦੀ PNP ਲਈ ਅਪਲਾਈ ਕਰਦੇ ਨੇ ਤਾਂ ਪਹਿਲਾਂ ਉਹਨਾਂ ਨੂੰ ਓਨਟਾਰੀਓ 'ਚ ਰਹਿ ਕੇ ਇੱਥੇ ਦੀ ਬ੍ਰਾਂਚ ਨਾਲ ਕੰਮ ਕਰਕੇ ਕੁਆਲੀਫਾਈ ਕਰਨਾ ਪਊ। ਇਹ ਨਹੀਂ ਕਿ ਮੈਂ ਉਹ ਪ੍ਰਿੰਸ ਐਡਵਰਡ ਆਈਲੈਂਡ ਦਾ ਐਕਸਪੀਰੀਅੰਸ ਵੀ ਓਨਟਾਰੀਓ ਨੋਮੀਨੇਸ਼ਨ ਲਈ ਅਪਲਾਈ ਕਰ ਸਕਦਾ। ਹਾਂਜੀ, ਉਹ ਯੂਜ਼ ਕਰ ਸਕਦੇ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ। ਜੀ ਨੈਕਸਟ ਸੀ BC ਤੋਂ ਮੈਮ ਦੀ ਕਾਲ ਆਈ ਸੀ। ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਡਿਊ ਡੇਟ ਹੈਗੀ ਆ April 28। ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਨੇ ਬੱਚੇ ਦੀ ਦੇਖਭਾਲ ਲਈ, ਤੇ ਕੀ ਉਹ ਬੁਲਾ ਸਕਦੇ ਨੇ? ਕਿਉਂਕਿ ਉਹਨਾਂ ਨੇ ਦੱਸਿਆ ਕਿ ਉਹ ਦੋਵੇਂ ਵਰਕਰ ਹੈਗੇ ਨੇ, ਉਹ ਵਰਕ ਪਰਮਿਟ ਦੇ ਉੱਤੇ ਨੇ ਜੀ। ਸੋ ਟਰੈਵਲ ਰਿਸਟ੍ਰਿਕਸ਼ਨਸ ਹੈਗੀਆਂ ਨੇ। ਜਿਹੜੇ ਪੈਰੈਂਟਸ ਨੇ ਉਹ ਕੈਨੇਡੀਅਨ ਸਿਟੀਜ਼ਨਸ ਜਾਂ ਪਰਮਨੈਂਟ ਰੈਜ਼ੀਡੈਂਸ ਦੇ ਪੈਰੈਂਟਸ ਨੂੰ ਹੀ ਆਉਣ ਦੀ ਇਜਾਜ਼ਤ ਹੈ ਜਿਹੜੀ ਉਹ ਹੈਗੀ ਹੈ। ਜੇ ਕੋਈ ਹੋਰ ਇੰਡੀਵਿਜੂਅਲ ਆਉਣਾ ਚਾਹੁੰਦਾ ਤਾਂ ਉਹਦੇ ਲਈ ਕ੍ਰਾਈਟੇਰੀਆ ਹੈਗਾ ਕਿ ਪਹਿਲਾਂ ਪਬਲਿਕ ਹੈਲਥ ਮਹਿਕਮੇ ਤੋਂ ਇੱਕ ਇਜਾਜ਼ਤ ਲੈਣੀ ਪੈਣੀ ਹੈਗੀ ਆ। ਉਹ ਜਿੰਨਾ ਚਿਰ ਪਬਲਿਕ ਹੈਲਥ ਮਹਿਕਮਾ ਉਹ ਇਜਾਜ਼ਤ ਨਹੀਂ ਦਿੰਦਾ ਉਨਾ ਚਿਰ ਉਹ ਇੰਡੀਵਿਜੂਅਲ ਨਹੀਂ ਆ ਸਕੂਗਾ। ਸੋ ਜੇ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਰਿਕੁਆਇਰਮੈਂਟ ਹੈਗੀ ਹੈ ਕਿ ਉਹ ਆ ਕੇ ਇੱਥੇ ਰਹਿਣ ਇਹਨਾਂ ਦੇ ਨਾਲ, ਸੋ ਪਹਿਲਾਂ ਤਾਂ ਇਹਨਾਂ ਨੂੰ ਪਬਲਿਕ ਹੈਲਥ ਮਹਿਕਮੇ ਤੋਂ ਇਜਾਜ਼ਤ ਲੈਣੀ ਪੈਣੀ ਹੈ। ਸੋ ਜਿਹੜਾ ਵੀ ਇਹਨਾਂ ਦਾ ਡਾਕਟਰ ਹੈਗਾ ਉਹਨੇ ਅਸੈਸਮੈਂਟ ਕਰਨਾ ਹੈ ਕਿ ਕੀ ਇਹਨਾਂ ਲਈ ਹੈਲਪ ਅਵੇਲੇਬਲ ਹੈ। ਜੇ ਨਰਸ ਇੱਥੇ ਅਵੇਲੇਬਲ ਹੈ ਫਿਰ ਨਹੀਂ ਆਉਣ ਦੇਊਗੇ ਨਾ ਜੀ। ਉਹਨਾਂ ਸਰਕਮਸਟੈਂਸਸ 'ਚ ਆਉਣ ਦੇਊਗੇ ਜਿੱਥੇ ਕਿ ਕੋਈ ਅਵੇਲੇਬਿਲਿਟੀ ਨਹੀਂ ਹੈਗੀ ਹੈ, ਤੇ ਫਿਰ ਉਹ ਤੋਂ ਬਾਅਦ ਪਬਲਿਕ ਹੈਲਥ ਨੇ ਉਹਨੂੰ ਅਸੈਸਮੈਂਟ ਕਰਨਾ ਹੈ। ਜੇ ਪਬਲਿਕ ਹੈਲਥ ਦੀ ਅਸੈਸਮੈਂਟ ਪੂਰੀ ਹੁੰਦੀ ਹੈ,
ਹਾਂਜੀ ਉਹ ਤੋਂ ਬਾਅਦ ਉਹ ਲਾ ਸਕਣਗੇ। ਪਰ ਜੇ ਪਬਲਿਕ ਹੈਲਥ ਮਹਿਕਮਾ ਅਸੈਸਮੈਂਟ ਕਰਦਾ ਕਿ ਇਹਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਹੈ, ਇੱਥੇ ਫੈਸਿਲਿਟੀ ਅਵੇਲੇਬਲ ਹੈ ਜਿੱਥੇ ਉਹਨਾਂ ਦੀ ਟੇਕ ਕੇਅਰ ਹੋ ਸਕਦੀ ਹੈ, ਤੇ ਫਿਰ ਨਹੀਂ ਆਉਣ ਦੀ ਇਜਾਜ਼ਤ ਹੋਊਗੀ। ਨੈਕਸਟ ਸੀ ਕੈਲਗਰੀ ਤੋਂ ਕੁਐਸਚਨ ਆਇਆ ਸੀ। ਕੈਲਗਰੀ ਵਾਲਿਆਂ ਦਾ ਸਵਾਲ ਸੀ ਕਿ ਉਹਨਾਂ ਦਾ ਫਰੈਂਡ ਹੈ, ਕਲੋਜ਼ ਵਰਕ ਪਰਮਿਟ ਤੇ ਆ, ਇੰਡੀਆ ਜਾ ਕੇ ਵਿਆਹ ਕਰਵਾ ਸਕਦੇ ਹੋ? ਹਾਂਜੀ, ਵਿਆਹ ਕਰਵਾਉਣਾ ਦੇ ਉੱਤੇ ਕੋਈ ਮਨਾਹੀ ਨਹੀਂ ਹੈਗੀ ਹੈ ਜੀ। ਇੰਡੀਆ ਦੇ ਵਿੱਚ ਵਿਆਹ ਕਰਾਉਣਾ ਚਾਹੁੰਦਾ ਸੋ ਉੱਥੇ ਜੇ ਉਹ ਹਿੰਦੂ ਮੈਰਿਜ ਐਕਟ ਥੱਲੇ ਕਰਾਉਂਦੇ ਆ ਜੀ ਤਾਂ ਉਹਨਾਂ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ। ਜਿਹਦੇ ਇੰਡੀਵਿਜੂਅਲ ਨਾਲ ਵਿਆਹ ਕਰਾਉਣਾ ਹੈ ਫੀਮੇਲ ਨਾਲ, ਉਹਦੀ ਉਮਰ 18 ਸਾਲ ਹੋਣੀ ਚਾਹੀਦੀ ਹੈ। ਦੋਏ ਹਿੰਦੂ ਹੋਣੇ ਚਾਹੀਦੇ ਨੇ। ਹਿੰਦੂ ਦੀ ਜਿਹੜੀ ਡੈਫੀਨੇਸ਼ਨ ਉਹ ਸਿੱਖ, ਬੁੱਧਿਸਟ ਤੇ ਜੈਨ ਉਹਦੇ ਵਿੱਚ ਆ ਜਾਂਦੇ ਨੇ ਜੀ। ਤੇ ਉਹ ਤੋਂ ਇਲਾਵਾ ਉਹ ਦੋਏ ਸੇਨ ਹੋਣੇ ਚਾਹੀਦੇ ਨੇ ਦਿਮਾਗੀ ਤੌਰ ਤੇ ਉਹ ਸਪਿੰਡਸ ਰਿਲੇਸ਼ਨਸ਼ਿਪ ਨਹੀਂ ਹੋਣੇ ਚਾਹੀਦੇ। ਇਹਦੇ ਨਾਲ ਉਹ ਵਿਆਹ ਹੋ ਜਾਊਗਾ। ਪਰ ਸ਼ਾਇਦ ਉਹ ਇਹ ਸਵਾਲ ਪੁੱਛਣਾ ਚਾਹੁੰਦੇ ਸੀ ਕਿ ਜੇ ਉਹ ਵਿਆਹ ਕਰਾ ਲੈਂਦੇ ਨੇ ਕੀ ਉਹ ਆਪਣੀ ਵਾਈਫ ਨੂੰ ਇੱਥੇ ਬੁਲਾ ਸਕਦੇ ਨੇ, ਸ਼ਾਇਦ ਸਵਾਲ ਇਹ ਸੀਗਾ। ਤੋ ਹਾਂਜੀ, ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਉਹ ਕੀ ਜੌਬ ਕਰਦੇ ਹੋ, ਦੱਸਿਆ ਉਹ ਫਾਰਮ ਮੈਨੇਜਰ ਹੈਗਾ, ਸੋ ਉਹ ਹਾਇਰ ਸਕਿੱਲ ਜੌਬ ਹੈਗੀ ਹੈ। ਤੋ ਜੇ ਉਹ ਵਿਆਹ ਕਰਾ ਲੈਂਦੇ ਨੇ ਹਾਂਜੀ ਉਹਨੂੰ ਉਹ ਸੱਦ ਸਕਦੇ ਨੇ। ਪਰ ਉਹਦੇ ਲਈ ਰਿਕੁਆਇਰਮੈਂਟ ਇਹ ਹੈ ਕਿ ਜਦੋਂ ਕੇਸ ਤੇ ਫੈਸਲਾ ਹੋਵੇ ਤਾਂ ਵਰਕ ਪਰਮਿਟ ਦੀ ਮਿਆਦ 6 ਮਹੀਨੇ ਤੋਂ ਘੱਟ ਨਹੀਂ ਰਹਿੰਦੀ ਹੋਣੀ ਚਾਹੀਦੀ। ਤੋ ਜੇ ਉਹਨਾਂ ਦਾ ਵਰਕ ਪਰਮਿਟ ਮੁੱਕਣ ਵਾਲਾ ਹੈ ਤੇ ਹੁਣ ਜਾਂਦੇ ਨੇ ਕਰਵਾਉਣ ਨੂੰ, ਫਿਰ ਉਹ ਸਪਾਊਸ ਨੂੰ ਨਹੀਂ ਬੁਲਾ ਪਾਉਣਗੇ। ਸੋ ਕੱਲਾ ਇਹ ਨਹੀਂ ਹੈਗਾ ਕਿ ਉਹ ਆਹ ਸਕਿੱਲ ਕੰਮ ਕਰਦੇ ਨੇ ਉਹ ਬੁਲਾ ਪਾਉਗੇ, ਉਹ ਤੋਂ ਇਲਾਵਾ ਵੀ ਕਾਫੀ ਸਾਰੀਆਂ ਰਿਕੁਆਇਰਮੈਂਟਸ ਨੇ ਜਿਹੜੀਆਂ ਮੀਟ ਕਰਨੀਆਂ ਪੈਣੀਆਂ ਜੀ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਅਸੀਂ ਸਵਾਲ ਲੈ ਲਈ, ਫਿਰ ਅਸੀਂ ਆਪਣੇ ਟੌਪਿਕ ਦੇ ਉੱਤੇ ਆਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ, ਮੈਂ ਬਰੈਂਪਟਨ ਤੋਂ ਬੋਲ ਰਹੀ ਹਾਂ। ਮੈਂ ਪਹਿਲਾਂ ਵੀ ਤੁਹਾਨੂੰ ਐਕਚੁਅਲੀ ਕਾਲ ਕੀਤੀ ਸੀਗੀ ਜਿਹਦੇ ਬਾਰੇ ਕਿ ਮੈਂ ਪੀਆਰ ਦੀ ਲਗਾਈ ਹੋਈ ਆ, ਵਰਕ ਪਰਮਿਟ ਅਪਲਾਈ ਕਰ ਸਕਦੀ ਹਾਂ ਨਹੀਂ ਜੀ। ਫਸਟ ਆਫ ਆਲ ਥੈਂਕ ਯੂ ਤੁਹਾਡਾ ਵੀ ਤੇ ਖੈਰਾ ਜੀ ਦਾ ਵੀ ਕਿ ਉਹਨਾਂ ਨੇ ਮੇਰਾ ਇੰਨਾ ਵੱਡਾ ਡਾਊਟ ਕਲੀਅਰ ਕੀਤਾ। ਅੱਗੇ ਮੇਰਾ ਫਰਦਰ ਕੁਐਸਚਨ ਇਹ ਹੈ ਕਿ ਲਾਈਕ ਜਿੱਦਾਂ ਮੇਰੇ ਹਸਬੈਂਡ ਔਰ ਮੇਰੀ ਬੇਟੀ ਆਲਰੇਡੀ ਇੰਡੀਅਨ ਕਿ ਤੇ ਨੈਕਸਟ ਅਗਰ ਮੈਂ ਆਪਣਾ ਵਰਕ ਪਰਮਿਟ ਅਪਲਾਈ ਕਰਦੀ ਹਾਂ ਤਾਂ ਮੈਂ ਨਾਲ ਮੇਰੇ ਹਸਬੈਂਡ ਦਾ ਓਪਨ ਵਰਕ ਪਰਮਿਟ ਜਾਂ ਸਪਾਊਸਲ ਵਰਕ ਪਰਮਿਟ ਅਪਲਾਈ ਕਰ ਸਕਦੀ ਹਾਂ ਜਾਂ ਨਹੀਂ? ਔਰ ਅਗਰ ਕਰ ਸਕਦੀ ਹਾਂ ਤਾਂ ਲਾਈਕ ਕੀ ਚਾਂਸਿਸ ਹੈ ਕਿ ਉਹਨਾਂ ਦਾ ਵਰਕ ਪਰਮਿਟ ਲੱਗ ਜਾਏਗਾ? ਅਗਰ ਨਹੀਂ ਤਾਂ ਫਿਰ ਮਤਲਬ ਮੈਂ ਉਹਨਾਂ ਨੂੰ ਕਿਸ ਤਰੀਕੇ ਨਾਲ ਕਦੋਂ ਮਤਲਬ ਇੱਥੇ ਬੁਲਾ ਸਕਦੀ ਹਾਂ ਆਪਣੇ ਕੋਲ? ਜੀ ਤੁਸੀਂ ਬਿਲਕੁਲ ਜੀ ਟੀਵੀ ਸਕਰੀਨ ਤੇ ਆਨਸਰ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ। ਸੋ ਪਹਿਲਾਂ ਤਾਂ ਮੈਂ ਇਹਨਾਂ ਲਈ ਸੌਰੀ ਫੀਲ ਕਰਦਾ ਕਿ ਆਲਰੇਡੀ ਉਹ ਨਾਲ ਹੀ ਆ ਸਕਦੇ ਸੀ, ਜੋ ਨਾਲ ਕਿਉਂ ਨਹੀਂ ਆਏ ਹੈਗੇ ਆ। ਓਕੇ, ਸੋ ਮੇਬੀ ਇਹਨਾਂ ਨੂੰ ਸਹੀ ਐਡਵਾਈਸ ਨਹੀਂ ਮਿਲਿਆ ਹੈਗਾ ਜਦੋਂ ਇਹਨਾਂ ਨੇ ਆਪਣੀ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਕੀਤੀ ਸੀ। ਸੋ ਜੇ ਤੁਹਾਡੀ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਕਰਨ ਤੋਂ ਪਹਿਲਾਂ ਹੀ ਤੁਹਾਡਾ ਵਿਆਹ ਹੋਇਆ ਤਾਂ ਤੁਹਾਡੇ ਸਪਾਊਸ ਨੂੰ ਵੀ ਓਪਨ ਪਰਮਿਟ ਨਾਲ ਹੀ ਮਿਲ ਜਾਂਦਾ ਹੈਗਾ। ਸੋ ਉਹ ਹੁਣ ਵੀ ਜੇ ਪੜ੍ਹ ਰਹੇ ਨੇ ਜੀ, ਉਹ ਹੁਣ ਵੀ ਉਹਦੀ ਐਪਲੀਕੇਸ਼ਨ ਕਰ ਸਕਦੇ ਨੇ ਤੇ ਬੱਚੇ ਨੇ ਜਿਹੜੇ ਉਹਨਾਂ ਨੂੰ ਵੀ ਨਾਲ ਪਰਮਿਟ ਮਿਲ ਜਾਣਾ ਸੀ। ਇਹ ਕਾਨੂੰਨ ਇਸ ਲਈ ਬਣਾਇਆ ਗਿਆ ਤਾਂ ਕਿ ਜਿਹੜੇ ਲੋਕ ਇੱਕ ਜੈਨੂਆਇਨ ਸਪਾਊਸਲ ਮੈਟਰੀਮੋਨੀਅਲ ਰਿਲੇਸ਼ਨਸ਼ਿਪ ਦੇ ਵਿੱਚ ਨੇ ਉਹਨਾਂ ਨੂੰ ਕੋਈ ਰੈਪਰੀਮੈਂਡ ਨਾ ਹੋਵੇ, ਤਾਂ ਕਿ ਉਹ ਪਹਿਲਾਂ ਜਾਵੇ ਜੀ ਫਿਰ ਬੁਲਾਵੇ। ਜੇ ਆਲਰੇਡੀ ਵਿਆਹ ਹੈ ਤੇ ਪਹਿਲਾਂ ਦਾ ਵਿਆਹ ਹੈ ਉਹ ਅਰਜ਼ੀ ਨਾਲ ਹੀ ਕਰੇ, ਉਹ ਬਿਲਕੁਲ ਨਾਲ। ਸਰ ਇਹ ਕੱਲ ਨੂੰ ਜਾ ਕੇ ਜਿਵੇਂ ਜਿਨ੍ਹਾਂ ਦੀ ਆਲਰੇਡੀ ਪਹਿਲਾਂ ਮੈਰਿਜ ਹੋ ਗਈ ਹੈ ਉਹ ਨਹੀਂ ਲਗਾਉਂਦੇ ਨਾਲ ਫਾਈਲ ਨਹੀਂ ਲਗਾਉਂਦੇ, ਅੱਗੇ ਜਾ ਕੇ ਉਹਨਾਂ ਲਈ ਕੋਈ ਨੈਗੇਟਿਵ ਪੁਆਇੰਟ ਤਾਂ ਨਹੀਂ ਬਣਦਾ ਇਹ? ਨਹੀਂ ਜੀ, ਬਿਲਕੁਲ ਨਾਟ ਨੈਸੈਸਰੀਲੀ। ਉਹਦੇ 'ਚ ਕੋਈ ਨੈਗੇਟਿਵਿਟੀ ਨਹੀਂ ਹੈਗਾ, ਨਾ ਉਹਨੂੰ ਅਦਰਵਾਈਜ਼ ਦੇਖਿਆ ਜਾਂਦਾ। ਪਰ ਇਹ ਜ਼ਰੂਰ ਇਜਾਜ਼ਤ ਹੈਗੀ ਹੈ ਕਿ ਉਹ ਨਾਲ ਹੀ ਨਾਲ ਹੀ ਆ ਸਕਦੇ ਸੀ। ਹੁਣ ਦੂਜਾ ਇਹਨਾਂ ਦਾ ਸਵਾਲ ਸੀਗਾ, ਇਹ ਓਪਰਚੁਨਿਟੀ ਹੁਣ ਇਹਨਾਂ ਨੇ ਲੂਜ਼ ਕਰ ਲਈ ਹੈ। ਪਰ ਜੇ ਇਹਨਾਂ ਦੀ ਪੜ੍ਹਾਈ 6 ਮਹੀਨੇ ਤੋਂ ਘੱਟ ਦੀ ਰਹਿੰਦੀ ਹੈਗੀ ਹੈ ਤੇ ਫਿਰ ਇਹ ਰਾਈਟ ਸਮਾਂ ਨਹੀਂ ਹੈਗਾ ਅਪਲਾਈ ਕਰਨ ਨੂੰ। ਪਰ ਜੇ ਇਹਨਾਂ ਦੀ 6 ਮਹੀਨੇ ਤੋਂ ਵੱਧ ਦੀ ਪੜ੍ਹਾਈ ਰਹਿੰਦੀ ਹੈ ਤਾਂ ਹੁਣ ਵੀ ਅਰਜ਼ੀ ਕਰ ਸਕਦੇ ਹੈ ਜੀ। ਇਹਨਾਂ ਦੂਜਾ ਸਵਾਲ ਸੀ ਮੈਂ ਜੇ ਵਰਕ ਪਰਮਿਟ ਲੈ ਲੈਣੀ ਆ ਤੇ ਕੀ ਉਹਨੂੰ ਮੈਂ ਬੁਲਾ ਸਕੂੰਗੀ? ਵਰਕ ਪਰਮਿਟ ਕੱਲਾ ਇਨਫ ਨਹੀਂ ਹੈਗਾ ਜੀ। ਵਰਕ ਪਰਮਿਟ ਦੇ ਨਾਲ ਤੁਹਾਡੇ ਕੋਲ ਹਾਇਰ ਸਕਿੱਲ ਜੌਬ ਵੀ ਹੋਣਾ ਜ਼ਰੂਰੀ ਹੈਗਾ। ਤੋ ਹਾਇਰ ਸਕਿੱਲ ਜੌਬ ਹੋਣਾ ਚਾਹੀਦਾ ਹੈ। ਇਹਦੇ ਨਾਲ ਤੁਹਾਡੇ ਕੋਲ ਘੱਟੋ ਘੱਟ 3 ਪੇ ਸਟੱਬ ਹੋਣੇ ਚਾਹੀਦੇ ਨੇ, ਮਤਲਬ ਤੁਸੀਂ ਪ੍ਰੋਬੇਸ਼ਨ ਪੀਰੀਅਡ ਤੋਂ ਵੀ ਬਾਹਰ ਹੈਗੇ ਹੋ, ਹਾਂਜੀ, ਫਿਰ ਜ਼ਰੂਰ ਤੁਸੀਂ ਬੁਲਾ ਸਕੋ। ਇਹ ਨਹੀਂ ਕਿ ਮੇਰੇ ਕੋਲ ਵਰਕ ਪਰਮਿਟ ਹੈ ਤੇ ਮੈਨੂੰ ਬੁਲਾ ਲਾ, ਇਦਾਂ ਦਾ ਕੋਈ ਕ੍ਰਾਈਟੇਰੀਆ ਨਹੀਂ। ਉਹ ਸਟੂਡੈਂਟ ਦੇ ਉੱਤੇ ਕ੍ਰਾਈਟੇਰੀਆ ਹੈਗਾ। ਜੀ ਬਿਲਕੁਲ, ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਬਹੁਤ ਸਾਰੇ ਦਰਸ਼ਕ ਇਸ ਵਕਤ ਫੇਸਬੁੱਕ ਤੇ ਵੀ ਸਾਨੂੰ ਕਮੈਂਟ ਕਰ ਰਹੇ ਨੇ। ਕਿਰਪਾ ਕਰਕੇ ਤੁਹਾਨੂੰ ਫੋਨ ਨੰਬਰ ਪ੍ਰੋਵਾਈਡ ਕਰਵਾਇਆ ਗਿਆ, ਤੁਸੀਂ ਉੱਥੇ ਕਾਲ ਕਰ ਸਕਦੇ ਹੋ। ਨੈਕਸਟ ਨੰਬਰ ਕਾਲਰ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਮੈਂ ਟੋਰਾਂਟੋ ਤੋਂ ਬੋਲ ਰਿਹਾ। ਮੈਂ ਐਕਚੁਅਲੀ ਪਤਾ ਕਰਨਾ ਸੀਗਾ ਕਿ ਮੈਂ ਲਾਸਟ ਟਾਈਮ ਕੁਐਸਚਨ ਪੁੱਛਿਆ ਸੀਗਾ ਕਿ ਮੇਰੇ ਰਿਲੇਟਿਵ ਨੇ ਆਉਣਾ ਹੈਗਾ ਇੰਡੀਆ ਤੋਂ ਸਟੂਡੈਂਟ ਵੀਜ਼ੇ ਤੇ, ਉਹਨਾਂ ਦਾ ਬੇਬੀ ਹੈਗਾ ਤੇ ਇੱਕ ਨਾਲ ਉਹਨਾਂ ਦੇ ਹਸਬੈਂਡ ਵੀ ਅਪਲਾਈ ਕਰ ਸਕਦੇ। ਤੇ ਖੈਰ ਸਾਹਿਬ ਕਹਿੰਦੇ ਸੀ ਤੁਸੀਂ ਇਕੱਠੇ ਤਿੰਨੇ ਉੱਥੋਂ ਅਪਲਾਈ ਕਰ ਸਕਦੇ ਹੈ ਨਾ ਕਿ ਜਦੋਂ ਐਪਲੀਕੇਸ਼ਨ ਲਗਾਉਣੀ ਹੈ। ਪਰ ਉਸ ਤੋਂ ਪਹਿਲਾਂ ਜਿੱਦਾਂ ਇਹ ਕਹਿੰਦੇ ਹੁੰਦੇ ਸੀਗੇ, ਖੈਰਾ ਸਾਹਿਬ ਕਹਿੰਦੇ ਸੀਗੇ ਕਿ ਜਿੱਦਾਂ ਜਦੋਂ ਪਹਿਲਾਂ ਤੁਸੀਂ ਇੱਥੇ ਆ ਜਾਂਦੇ ਹੋ, ਤੁਹਾਡਾ ਫਸਟ ਡੇ ਆਫ ਕਲਾਸ ਹੁੰਦਾ ਆ, ਉਹਦੇ ਬਾਅਦ ਨਾਲ ਤੁਸੀਂ ਆਪਣੇ ਸਪਾਊਸ ਨੂੰ ਕਰ ਸਕਦੇ ਹੋ। ਸੋ ਮੈਂ ਥੋੜਾ ਉੱਚ ਕਨਫਿਊਜ਼ਨ ਸੀਗੀ ਤਾਂ ਮੈਂ ਉਹ ਕਲੀਅਰ ਕਰਨ ਵਾਸਤੇ ਕੀਤਾ ਜੀ। ਆਪਾਂ ਇਹਨਾਂ ਦੀ ਕਨਫਿਊਜ਼ਨ ਕਲੀਅਰ ਕਰੀਏ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ।
ਐਕਚੁਅਲੀ ਇਹਨਾਂ ਨੇ ਜੋ ਇੰਟਰਪ੍ਰੀਟੇਸ਼ਨ ਕੀਤਾ ਹੈਗਾ ਉਹ ਸਹੀ ਇੰਟਰਪ੍ਰੀਟੇਸ਼ਨ ਨਹੀਂ ਹੈਗਾ। ਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਪਬਲਿਕ ਪਾਲਿਸੀ ਹੈ ਉਹਨੂੰ ਟੋਟੈਲਿਟੀ ਚ ਪੜ੍ਹਨ ਦੀ ਜ਼ਰੂਰਤ ਹੈ। ਸੋ ਐਪਲੀਕੇਸ਼ਨ ਕਰਨਾ ਤੇ ਬਾਅਦ ਚੋਂ ਕਰਨਾ, ਇਹ ਦੋ ਇਸ਼ੂਜ਼ ਹੈਗੇ ਨੇ। ਸੋ ਪਬਲਿਕ ਪਾਲਿਸੀ ਇਹ ਕਹਿੰਦੀ ਹੈ ਕਿ ਜੇ ਤੁਹਾਡਾ ਪਹਿਲਾਂ ਵਿਆਹ ਹੋਇਆ ਐਪਲੀਕੇਸ਼ਨ ਕਰਨ ਤੋਂ ਪਹਿਲਾਂ ਵਿਆਹ ਹੋਇਆ ਫਿਰ ਤੁਸੀਂ ਨਾਲ ਹੀ ਐਪਲੀਕੇਸ਼ਨ ਕਰ ਸਕਦੇ ਹੋ। ਇਹ ਤਾਂ ਇੱਕ ਹਿੱਸਾ ਹੋ ਗਿਆ। ਹੁਣ ਦੂਜਾ ਹਿੱਸਾ ਜਿਹੜਾ ਹੈਗਾ ਉਹ ਇਹ ਹੈਗਾ ਕਿ ਤੁਹਾਡਾ ਵਿਆਹ ਬਾਅਦ ਚ ਹੋਇਆ, ਐਪਲੀਕੇਸ਼ਨ ਕਰਨ ਤੋਂ ਬਾਅਦ ਚ ਹੋਇਆ, ਫਿਰ ਤੁਸੀਂ ਉਹ ਪਬਲਿਕ ਪਾਲਿਸੀ ਥੱਲੇ ਹੀ ਨਹੀਂ ਆਉਂਦੇ। ਫਿਰ ਪਹਿਲਾਂ ਤੁਸੀਂ ਇਹ ਪ੍ਰੂਵ ਕਰਨਾ ਹੈ ਕਿ ਤੁਸੀਂ ਸਟੂਡੈਂਟ ਹੋ, ਫਿਰ ਇਹ ਕਰ ਸਕੋਗੇ ਨਾ। ਉਹ ਤੋਂ ਪਹਿਲਾਂ ਤਾਂ ਕਰ ਹੀ ਨਹੀਂ ਸਕਦੇ ਜੀ, ਕਿਉਂਕਿ ਤੁਸੀਂ ਸਟੂਡੈਂਟ ਨਹੀਂ। ਸੋ ਇੱਥੇ ਦੋ ਮਾਮਲੇ ਨੇ, ਇੱਕ ਅਰਜ਼ੀ ਕਰਨ ਤੋਂ ਪਹਿਲਾਂ ਵਿਆਹ ਹੋਇਆ, ਇੱਕ ਅਰਜ਼ੀ ਕਰਨ ਤੋਂ ਬਾਅਦ ਚ ਵਿਆਹ ਹੋਇਆ। ਜੇ ਬਾਅਦ ਚ ਹੋਇਆ, ਹਾਂਜੀ, ਜਿੰਨਾ ਚਿਰ ਤੁਸੀਂ ਨਹੀਂ ਪੜ੍ਹਨ ਲੱਗਦੇ ਉਹਨਾਂ ਚਿਰ ਉਹਦਾ ਤੁਹਾਨੂੰ ਤੁਸੀਂ ਡੈਫੀਨੇਸ਼ਨ ਆਫ ਅ ਸਟੂਡੈਂਟ ਹੀ ਨਹੀਂ ਪੂਰਾ ਕਰਦੇ। ਪਰ ਜੇ ਪਹਿਲਾਂ ਹੋਇਆ ਫਿਰ ਉਹ ਪਬਲਿਕ ਪਾਲਿਸੀ ਤੁਹਾਨੂੰ ਇਜਾਜ਼ਤ ਦਿੰਦੀ ਹੈ। ਸੋ ਦੋ ਵੱਖਰੇ ਮੈਟਰ ਹੈਗੇ ਜੀ। ਨੈਕਸਟ ਕਾਲਰ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ, ਜਸਵੀਰ ਬੋਲ ਰਿਹਾ ਮੈਂ ਐਪਸਪੋਰਟ ਤੋਂ। ਸਰ ਦੱਸੋ ਜੀ ਕੀ ਸਵਾਲ ਹੈ? ਮੇਰੇ ਬ੍ਰਦਰ ਬਾਰੇ ਪੁੱਛਣਾ ਸੀ ਜੀ। ਉਹ 2017 ਚ ਇੱਥੇ ਆਏ ਸੀਗੇ ਵਿਜ਼ਟਰ ਤੇ ਉਹਨਾਂ ਦਾ ਜਦੋਂ ਇੰਡੀਆ ਤੋਂ ਆਏ ਸੀ 6 ਮੰਥ ਦਾ ਵੀਜ਼ਾ ਲੱਗਾ ਸੀਗਾ। ਇੱਕ ਬੇਟਾ ਸੀ ਉਹਨਾਂ ਦਾ ਨਾਲ ਤੇ ਇੱਕ ਵਾਈਫ ਸੀਗੀ। ਉਸ ਤੋਂ ਬਾਅਦ ਅਸੀਂ ਇੱਥੇ ਉਹਨਾਂ ਦਾ ਪਰਮਿਟ ਲੈਤਾ ਤੇ ਹੁਣ ਫਿਰ ਉਹਨਾਂ ਦਾ ਮਾਰਚ ਚ ਪਰਮਿਟ ਲੈਤਾ, 2 ਸਾਲ ਦਾ ਉਹਨਾਂ ਕੋਲ ਹੈਗਾ। ਉਹਨਾਂ ਨੇ ਇੰਡੀਆ ਜਾਣਾ ਸੀਗਾ, ਵਾਈਫ ਨੂੰ ਹੁਣ ਉਹਦੇ ਕੋਲੇ 6 ਮੰਥ ਦਾ ਹੀ ਸੀਗਾ ਵੀ ਉਹ ਜਾ ਕੇ ਆ ਸਕਦੀ ਬੈਕ ਨਹੀਂ, ਵੀ ਜਾਂ ਕੋਈ ਮਲਟੀਪਲ ਵੀਜ਼ਾ ਲੈ ਲਈਏ ਜਾਂ ਕਿਸ ਤਰ੍ਹਾਂ ਵੀ ਕੋਈ, ਜਾਂ ਉਹਨਾਂ ਨੂੰ ਪਰਮਿਟ ਲੈਣਾ ਪਊਗਾ। ਹੋਰ ਵਾਈਫ ਦਾ ਕੀ ਸਟੇਟਸ ਹੈਗਾ ਜੀ? ਵਾਈਫ ਦਾ ਉਹਦੇ ਨਾਲ ਹੀ ਆ ਬ੍ਰਦਰ ਜੀ, ਐਕਸਟੈਂਡ ਹੋਇਆ ਵਾ ਵੀਜ਼ਾ, ਉਹਨਾਂ ਕੋਲ ਸਟੇਟਸ ਕੋਈ ਨਹੀਂ ਹੁਣ। नहीं जी, आप जी मेरा सवाल नहीं समझे। आप जी ने कहा आप जी दे ब्रदर कोले वर्क परमिट हैगा जी जी हाँ जी। सो ਉਹਦਾ ਸਟੇਟਸ ਹੈਗਾ ਵਰਕਰ। ਉਵੇਂ ਜਿਵੇਂ ਤੁਹਾਡੀ ਸਿਸਟਰ ਇਨ ਲਾ ਹੈ ਜਿਹੜੀ ਤੁਹਾਡੀ ਭਰਜਾਈ ਹੈ, ਉਹਦਾ ਸਟੇਟਸ ਕੀ ਹੈਗਾ? ਉਹਦਾ ਸਟੇਟਸ ਹੁਣ ਐਕਸਟੈਂਡ ਹੀ ਹੋਇਆ ਵਾ ਉਸ ਤਰ੍ਹਾਂ ਵੀਜ਼ਾ ਨਾਲ ਹੀ, ਉਹਦੇ ਦੂਜਾ ਵੀਜ਼ਾ ਉਹਦੇ ਨਾਲ ਜੀ। ਵਿਜ਼ਟਰ ਵੀਜ਼ਾ ਤੇ ਨਹੀਂ ਜਾਂ ਉਹ ਵੀ ਵਰਕ ਪਰਮਿਟ ਤੇ ਨੇ? ਵੇਟਰ ਤੇ ਵੇਟਰ ਦੇ ਵਰਕ ਪਰਮਿਟ ਨਹੀਂ, 6 ਮੰਥ ਦਾ ਹੀ ਲੱਗਾ ਇੰਡੀਆ ਤੋਂ ਜੀ। ਹਾਂਜੀ, ਇੱਕ ਬੇਟਾ ਸਟੱਡੀ ਦੇ। ਹਾਂਜੀ, ਸੋ ਜਿਹੜੀ ਬਿਲਕੁਲ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਾਡਾ ਸਵਾਲ ਹੈ, ਅਸੀਂ ਬ੍ਰੈਂਪਟਨ ਤੋਂ ਬੋਲ ਰਹੇ ਹਾਂ ਜੀ। ਸਾਡਾ ਸਵਾਲ ਹੈ ਕਿ ਮੈਂ ਨੈਨੀ ਐਜ਼ ਏ ਨੈਨੀ ਇੱਥੇ ਆਈ ਹਾਂ ਕੈਨੇਡਾ ਜੀ। ਤਾਂ ਮੈਂ ਹੁਣ ਆਪਣੇ 2 ਸਾਲ ਪੂਰੇ ਕਰ ਚੁੱਕੀ ਹਾਂ। ਤਾਂ ਕਿਆ ਅਸੀਂ ਉਹਦੀ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹਾਂ? ਤੁਸੀਂ ਜਿਹੜਾ ਤੁਹਾਡਾ ਵਰਕ ਪਰਮਿਟ ਹੈ ਉਹ ਪਾਰਟਿਕੂਲਰਲੀ ਨੈਨੀ ਕਹਿੰਦਾ ਹੈਗਾ ਜਾਂ ਉਹ ਕਹਿੰਦਾ ਹੈਗਾ ਹੋਮ ਕੇਅਰ ਵਰਕਰ? ਨੈਨੀ ਕਹਿੰਦਾ, ਠੀਕ ਹੈ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਸਰ। ਇਸ ਤੋਂ ਪਹਿਲਾਂ ਜੀ ਜਸਵੀਰ ਜੀ ਦੀ ਜਿਨ੍ਹਾਂ ਦੀ ਕਾਲ ਆਈ ਸੀ ਉਹਨਾਂ ਦਾ ਜਵਾਬ ਦੇ ਦਈਏ ਜੀ। ਬਿਲਕੁਲ, ਹਾਂ। ਸੋ ਉਹਨਾਂ ਨੇ ਪਾਰਸ਼ਲੀ ਕਲੀਅਰ ਕੀਤਾ ਕਿ ਉਹ ਜਿਹੜੀ ਭਰਜਾਈ ਹੈਗੀ ਆ ਉਹਦੇ ਕੋਲ ਵਿਜ਼ਿਟਰ ਪਰਮਿਟ ਹੈਗਾ। ਹਾਂਜੀ, ਜੋ ਕੈਨੇਡਾ ਛੱਡ ਕੇ ਚਲੇ ਜਾਂਦੇ ਨੇ ਉਹਨੂੰ ਨਵਾਂ ਵੀਜ਼ਾ ਵਾਪਸ ਲੈ ਕੇ ਆਉਣਾ ਪੈਣਾ, ਕਿਉਂਕਿ ਉਹ ਟਰੈਵਲ ਰਿਸਟ੍ਰਿਕਸ਼ਨਸ ਨੇ, ਉਹ ਵਾਪਸ ਨਹੀਂ ਆ ਪਾਊਗੀ। ਦੂਜਾ, ਜੇ ਉਹ ਵਰਕਰ ਹੁੰਦੀ, ਮੰਨ ਲਓ ਜੇ ਉਹਦੇ ਕੋਲ ਵਰਕ ਪਰਮਿਟ ਹੁੰਦਾ, ਹਾਂਜੀ, ਫਿਰ ਉਹਨੂੰ ਵੀਜ਼ਾ ਮਿਲ ਜਾਣਾ ਸੀ, ਜਿਹੜਾ TRV ਹੈ, ਟੈਂਪਰੇਰੀ ਰੈਜ਼ੀਡੈਂਟ ਵੀਜ਼ਾ, ਤੇ ਫਿਰ ਉਹ ਲੈ ਕੇ ਉਸੇ ਤੇ ਵਾਪਸ ਆ ਸਕਦੀ ਸੀ। ਪਰ ਜੋ ਵਿਜ਼ਿਟਰ ਹੈ ਫਿਰ ਉਹ ਜਾ ਕੇ ਵਾਪਸ ਨਹੀਂ ਆ ਸਕੂਗੀ ਜਿੰਨਾ ਚਿਰ ਉਹਨੂੰ ਪਰਮਿਟ ਨਹੀਂ ਮਿਲ ਜਾਂਦਾ ਜੀ। ਇਸ ਤੋਂ ਬਾਅਦ ਨੈਨੀ ਵਾਲਿਆਂ ਦਾ ਜਿਨ੍ਹਾਂ ਦਾ ਸਵਾਲ ਸੀ ਜੀ। ਬਿਲਕੁਲ, ਸੋ ਇੱਥੇ ਵੀ ਪਾਰਸ਼ਲ ਜਿਹੜਾ ਇਨਫੋਰਮੇਸ਼ਨ ਹੈਗਾ ਆਪਣੇ ਕੋਲ, ਪਰ ਮੈਂ ਜੈਨਰਿਕ ਤੌਰ ਤੇ ਦੱਸ ਦੇਣਾ ਚਾਹੁੰਦਾ, ਨਾਟ ਪਾਰਟਿਕੂਲਰਲੀ ਉਹਨਾਂ ਦੀ ਜਾਣਕਾਰੀ ਤੇ, ਪਰ ਜਨਰਲੀ ਕੀ ਹੁੰਦਾ ਉਹ ਦੱਸਣਾ ਚਾਹੁੰਦਾ ਹੈਗਾ ਜੀ ਮੈਂ, ਬਿਕੋਜ਼ ਉਹ ਪਾਰਸ਼ਲ ਇਨਫੋਰਮੇਸ਼ਨ ਹੈਗਾ ਉਹਨਾਂ ਦਾ। ਸੋ ਜਨਰਲੀ ਕੀ ਹੁੰਦਾ ਜੀ, ਜੇ ਤੁਸੀਂ ਵਰਕਰ ਦੇ ਤੌਰ ਤੇ ਆਏ ਹੋ ਤੇ ਤੁਸੀਂ 2 ਸਾਲ ਆਪਣੇ ਪੂਰੇ ਕਰ ਲਿਆ ਤਾਂ ਤੁਹਾਨੂੰ ਕੋਈ ਸਿੱਧੇ ਤੌਰ ਤੇ ਓਪਨ ਵਰਕ ਪਰਮਿਟ ਨਹੀਂ ਮਿਲ ਜਾਂਦਾ। ਉਹ ਤਾਂ ਹੀ ਮਿਲਦਾ ਹੈ ਜੇ ਤੁਸੀਂ ਪਰਮਨੈਂਟ ਰੈਜ਼ੀਡੈਂਸ ਲਈ ਐਪਲੀਕੇਸ਼ਨ ਦਾਖਲ ਕਰਦੇ ਹੋ। ਉਹ ਦਾਖਲ ਹੋਣ ਤੋਂ ਬਾਅਦ ਜਿਹੜੀ ਤੁਹਾਡੀ ਐਪਲੀਕੇਸ਼ਨ ਫॉर ਓਪਨ ਵਰਕ ਪਰਮਿਟ ਉਹ ਨਾਲ ਹੀ ਦਾਖਲ ਹੁੰਦੀ ਹੈ। ਜਦੋਂ ਹੀ ਤੁਸੀਂ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਕਰਦੇ ਹੋ ਤੁਹਾਨੂੰ ਓਪਨ ਪਰਮਿਟ ਹੈ ਜਿਹੜਾ ਉਹ ਇਸ਼ੂ ਹੋ ਜਾਂਦਾ ਹੈਗਾ। ਹੁਣ ਇਹਦੇ 'ਚ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਕਰਨ ਲਈ ਸਭ ਤੋਂ ਪਹਿਲਾਂ ਕੀ ਜ਼ਰੂਰੀ ਹੈ ਕਿ 2 ਸਾਲ ਦਾ ਮਤਲਬ 2 ਸਾਲ ਹੈਗਾ ਜੀ। ਸੋ 1 ਸਾਲ 'ਚ 365 ਦਿਨ ਹੁੰਦੇ ਹੈ। ਸੋ ਇਹ ਨਹੀਂ ਹੈਗਾ ਕਿ ਮੈਂ ਇੰਨੇ ਘੰਟੇ ਪੂਰੇ ਕਰ ਲਏ ਮੇਰਾ ਸਾਲ ਪੂਰਾ ਹੋ ਗਿਆ, ਇਹੋ ਜਿਹਾ ਕੋਈ ਕ੍ਰਾਈਟੇਰੀਆ ਨਹੀਂ। 1 year ਮੀਨਸ 1 year। ਸੋ ਜੇ ਉਹਨਾਂ ਨੂੰ
ਪਰਮਿਟ ਇੱਕ ਪਾਰਟਿਕੂਲਰ ਤਰੀਕ ਤੋਂ ਇੱਕ ਪਾਰਟਿਕੂਲਰ ਤਰੀਕ ਤੱਕ ਮਿਲਿਆ ਹੈ, ਜੇ ਉਹਦੇ ਚ ਪੂਰੇ 2 ਸਾਲ ਦੇ ਦਿਨ ਹੁੰਦੇ ਨੇ ਤੇ ਉਹਨਾਂ ਨੇ ਪੂਰਾ 2 ਸਾਲ ਹੀ ਕੰਮ ਕਰਿਆ ਹੈ, ਤਾਂ ਹੀ 2 ਸਾਲ ਗਿਣੇ ਜਾਊਗਾ। ਜੇ ਉਹਨਾਂ ਨੂੰ ਪਰਮਿਟ ਮਿਲਿਆ ਹੈ ਤੇ ਉਹ 2 ਸਾਲ ਤੋਂ ਕੁਝ ਦਿਨ ਘੱਟ ਨੇ ਤਾਂ ਉਹ 2 ਸਾਲ ਨਹੀਂ ਗਿਣੇ ਜਾਣਗੇ ਜੀ। ਫਿਰ ਉਹਨੂੰ ਨਵਾਂ ਪਰਮਿਟ ਹੈ ਜਿਹੜਾ ਐਕਸਟੈਂਡ ਕਰਾਉਣਾ ਪੈਣਾ 2 ਸਾਲ ਕੰਮ ਕਰੇ ਤੋਂ ਬਾਅਦ। ਇਹ ਤੋਂ ਬਾਅਦ ਜੋ ਇਕੱਲੇ ਗ੍ਰੇਡ 12 ਪੜ੍ਹੇ ਹੋਏ ਨੇ, ਕਿਉਂਕਿ ਪਹਿਲਾਂ ਗ੍ਰੇਡ 12 ਨਾਲ ਵੀ ਤੁਸੀਂ ਆ ਸਕਦੇ ਸੀ, ਤਾਂ ਨਾਲ ਦੀ ਨਾਲ ਉਹਨਾਂ ਨੂੰ 1 ਸਾਲ ਪੋਸਟ ਸੈਕੰਡਰੀ ਐਜੂਕੇਸ਼ਨ ਵੀ ਕਰਨਾ ਜ਼ਰੂਰੀ ਹੋਊਗਾ। 5 ਬੈਂਡ ਉਹਨਾਂ ਨੂੰ ਅੰਗਰੇਜ਼ੀ ਚੋਂ ਲੈਣੇ ਜ਼ਰੂਰੀ ਨੇ। ਉਸ ਤੋਂ ਬਾਅਦ ਉਹ ਪਰਮਨੈਂਟ ਰੈਜ਼ੀਡੈਂਸ ਲਈ ਐਪਲੀਕੇਸ਼ਨ ਕਰ ਸਕਣਗੇ। ਜਦੋਂ ਐਪਲੀਕੇਸ਼ਨ ਕਰਨਗੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਓਪਨ ਪਰਮਿਟ ਮਿਲੂਗਾ। ਸੋ ਮੈਂ ਕਾਲਰ ਨੂੰ ਇਹ ਸਲਾਹ ਦਊਂਗਾ ਜੀ ਕਿ ਉਹ ਜ਼ਰੂਰ ਸਾਡੇ ਆਫਿਸ ਨੂੰ ਕਾਲ ਕਰਨ। ਉਹ 2 ਸਾਲ ਪੂਰੇ ਸਮਝ ਕੇ ਕਿਤੇ ਐਪਲੀਕੇਸ਼ਨ ਕਰਤੀ, ਰਿਫਿਊਜ਼ਲ ਹੋ ਗਿਆ, ਉਸ ਤੋਂ ਬਾਅਦ ਉਹਦਾ ਕੋਈ ਰੈਮੇਡੀ ਨਹੀਂ ਹੈਗਾ। ਬਿਲਕੁਲ ਜੀ। ਨੈਕਸਟ ਕਾਲਰ ਜੁੜ ਗਏ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਜੀ, ਮੈਂ ਅਮਰੀਕਾ ਤੋਂ ਬੋਲਦੀ ਹਾਂ ਜੀ। ਤੇ ਮੈਂ ਪਤਾ ਕਰਨਾ ਸੀ ਕਿ ਜਿਹੜਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਹਾਂ? ਸਰ ਆਨਸਰ ਦਈਏ, ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ। ਹਾਂਜੀ, ਮੈਂ ਖੈਰਾ ਸਾਹਿਬ ਨੂੰ ਪੁੱਛਣਾ ਸੀਗਾ। ਹਾਂਜੀ ਦੱਸੋ ਜੀ। ਮੇਰੇ ਫਰੈਂਡ ਆ, ਉਹਨਾਂ ਦਾ ਬੇਟਾ BA ਕੀਤੀ ਹੋਈ ਉਹਨੇ ਇੰਡੀਆ ਚੰਡੀਗੜ੍ਹ 'ਚ ਜੀ। ਕੀ ਉਹ ਨੈਨੀ ਦਾ ਕੋਰਸ ਵਾਸਤੇ ਇੱਥੇ ਕੈਨੇਡਾ 'ਚ ਆ ਸਕਦੇ ਹਨ? ਨੈਨੀ ਦੇ ਕੋਰਸ ਲਈ? ਹਾਂਜੀ ਮੈਂ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਪਲੀਜ਼ ਇੱਕ ਮੈਂ ਹੋਰ ਪੁੱਛਣਾ ਸੀ ਜੀ। ਕਿ ਖੈਰਾ ਸਾਹਿਬ ਦਾ ਉੱਥੇ ਚੰਡੀਗੜ੍ਹ 'ਚ ਆਫਿਸ ਹੈਗਾ? ਜੀ ਹਾਂਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਜੀ। ਸਰ ਪਹਿਲਾਂ ਜਿਨ੍ਹਾਂ ਨੇ US ਤੋਂ ਕਾਲ ਕੀਤੀ ਸੀ ਕੈਨੇਡਾ ਦੇ ਵਿਜ਼ਟਰ ਵੀਜ਼ਾ ਲਈ, ਹਾਂਜੀ ਉਹਨਾਂ ਦਾ ਸਵਾਲ ਸੀ ਕਿ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਨੇ। ਹਾਂਜੀ 9 ਜੁਲਾਈ ਪਿਛਲੇ ਸਾਲ ਤੋਂ ਬਾਅਦ ਐਪਲੀਕੇਸ਼ਨਸ ਖੁੱਲੀਆਂ ਨੇ, ਕੋਈ ਵੀ ਅਪਲਾਈ ਕਰ ਸਕਦਾ ਹੈ। ਪਰ ਅਪਲਾਈ ਕਰਨ ਦਾ ਇਹ ਮਤਲਬ ਨਹੀਂ ਹੈਗਾ ਜੇ ਤੁਹਾਨੂੰ ਵੀਜ਼ਾ ਮਿਲ ਗਿਆ ਤੁਸੀਂ ਟਰੈਵਲ ਕਰ ਪਾਓਗੇ ਕੈਨੇਡਾ ਨੂੰ। ਟਰੈਵਲ ਰਿਸਟ੍ਰਿਕਸ਼ਨਸ ਲਾਗੂ ਨੇ ਜੀ। ਸੋ ਟਰੈਵਲ ਰਿਸਟ੍ਰਿਕਸ਼ਨਸ ਤੋਂ ਜਿਹੜੇ ਐਗਜ਼ੈਂਪਟ ਲੋਕ ਨੇ ਉਹ ਪੈਰੈਂਟਸ ਨੇ, ਗ੍ਰੈਂਡ ਪੇਰੈਂਟਸ ਨੇ, ਜਿਹੜੇ ਕੈਨੇਡੀਅਨ ਸਿਟੀਜ਼ਨਸ ਜਾਂ ਪਰਮਨੈਂਟ ਰੈਜ਼ੀਡੈਂਟਸ ਹੋਣ, ਉਹਨਾਂ ਦੇ ਬੱਚੇ ਹੋਣ, ਐਡਲਟ ਚਿਲਡਰਨ ਹੋਣ, ਐਡਲਟ ਗ੍ਰੈਂਡ ਚਿਲਡਰਨ ਹੋਣ, ਉਹ ਲੋਕ ਹੋਣ ਜਿਹੜੇ ਇੱਕ ਡੇਟਿੰਗ ਰਿਲੇਸ਼ਨਸ਼ਿਪ ਦੇ ਵਿੱਚ ਹੈਗੇ ਨੇ 1 ਸਾਲ ਤੋਂ। ਇਹ ਨਹੀਂ ਕਿ ਕੱਲ ਡੇਟਿੰਗ ਸ਼ੁਰੂ ਹੋਈ ਹੈ ਤੇ ਅੱਜ ਆ ਸਕਦੇ ਨੇ, ਨਹੀਂ ਜੀ, ਉਹ 1 ਸਾਲ ਤੋਂ ਹੋਣੇ ਚਾਹੀਦੇ ਨੇ ਤੇ ਉਹ ਇਕੱਠੇ ਰਹੇ ਵੀ ਹੋਣੇ ਚਾਹੀਦੇ ਨੇ ਪਹਿਲਾਂ। ਤੇ ਇਸ ਤੋਂ ਇਲਾਵਾ ਤੁਹਾਡੇ ਸਿਬਲਿੰਗਸ ਹੈਗੇ ਨੇ, ਭਾਈ ਭੈਣ ਨੇ, ਉਹ ਵੀ ਐਗਜ਼ੈਂਪਟ ਹੈਗੇ ਨੇ। ਤੇ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੀ, ਜੇ ਕੋਈ ਅਦਰ ਰਿਲੇਟਿਵ ਹੈ ਪਰ ਪਬਲਿਕ ਹੈਲਥ ਕਹਿੰਦੀ ਹੈ ਕਿ ਇਹਦੀ ਜ਼ਰੂਰਤ ਹੈ, ਉਹ ਵੀ ਐਗਜ਼ੈਂਪਟ ਨੇ। ਉਹ ਤੋਂ ਇਲਾਵਾ ਜੇ ਚਾਹੇ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਹੈ ਵੀ ਹੈ, ਤੁਸੀਂ ਟਰੈਵਲ ਨਹੀਂ ਕਰ ਸਕਦੇ। ਨੈਕਸਟ ਸਰ ਦੀ ਕਾਲ ਆਈ ਸੀ, ਉਹਨਾਂ ਨੇ ਪੁੱਛਿਆ ਸੀ ਕਿ ਸਭ ਤੋਂ ਪਹਿਲਾਂ ਦੱਸ ਦਿਓ ਚੰਡੀਗੜ੍ਹ ਦੇ ਵਿੱਚ ਤੁਹਾਡਾ ਆਫਿਸ ਹੈ? ਹਾਂਜੀ ਚੰਡੀਗੜ੍ਹ ਦੇ ਵਿੱਚ ਆਫਿਸ ਹੈਗਾ। ਸੋ 에ਅਰਪੋਰਟ ਰੋਡ ਦੇ ਉੱਤੇ ਆਫਿਸ ਹੈ ਜੀ, 에ਅਰਪੋਰਟ ਦੇ ਲਾਗੇ। ਤੇ ਜੇ ਤੁਸੀਂ ਗੂਗਲ ਸਰਚ ਕਰੋ ਤੁਹਾਨੂੰ ਉੱਥੇ ਉਹਦਾ ਐਡਰੈਸ ਮਿਲ ਜੂਗਾ ਜੀ। ਤੇ ਉਹਨਾਂ ਦਾ ਸਵਾਲ ਸੀਗਾ ਕਿ ਉਹਨਾਂ ਦੇ ਫਰੈਂਡ ਦਾ ਬੇਟਾ ਗ੍ਰੈਜੂਏਸ਼ਨ ਕੀਤੀ ਹੋਈ ਹੈ, ਨੈਨੀ ਕੋਰਸ ਲਈ ਇੱਥੇ ਆ ਸਕਦਾ? ਕਰਨ ਜਿਹੜਾ ਨੈਨੀ ਕੋਰਸ ਹੈ ਉਹ 6 ਮਹੀਨੇ ਦਾ ਕੋਰਸ ਹੈਗਾ। ਸੋ ਜਿਹੜੇ 6 ਮਹੀਨੇ ਦੇ ਕੋਰਸ ਨੇ ਕੈਨੇਡਾ 'ਚ, ਉਹਨਾਂ ਲਈ ਸਟੱਡੀ ਪਰਮਿਟ ਦੀ ਜ਼ਰੂਰਤ ਨਹੀਂ। ਸੋ ਕੋਈ ਵੀ ਕੋਰਸ ਜਿਹੜਾ 6 ਮਹੀਨੇ ਤੋਂ ਘੱਟ ਪੜ੍ਹਾਈ ਹੈਗੀ ਹੈ, ਉਹ ਕੋਈ ਵਿਜ਼ਟਰ ਆ ਕੇ ਵੀ ਪੜ੍ਹ ਸਕਦਾ ਹੈਗਾ। ਸੋ ਉਹਦੇ ਲਈ ਤਾਂ ਸਟੱਡੀ ਪਰਮਿਟ ਉਹ ਨਹੀਂ ਅਪਲਾਈ ਕਰ ਚੁੱਕੂਗਾ। ਤੇ ਦੂਜਾ, ਜੇ ਇਹੀ ਕੋਰਸ ਉੱਥੇ ਅਵੇਲੇਬਲ ਹੈਗਾ, ਇਹਨਾਂ ਕੋਈ ਬੈਨੀਫਿਟ ਨਹੀਂ ਮਿਲ ਰਿਹਾ ਤਾਂ ਉਹ ਇਹ ਕੋਰਸ ਕਰਨ ਦਾ ਕੋਈ ਮਤਲਬ ਨਹੀਂ। ਸੋ ਉੱਥੇ ਕੋਰਸ ਕਰਨ ਤੋਂ ਬਾਅਦ ਉਹ ਐਜ਼ ਅ ਕੇਅਰ ਗਿਵਰ ਹੈ ਕੈਨੇਡਾ ਪਰਮਨੈਂਟ ਆ ਜਾਣ ਜੀ ਇੱਥੇ। ਬਿਲਕੁਲ ਜੀ। ਤੇ ਸਰ ਆਪਾਂ ਆਪਣੇ ਟੌਪਿਕ ਦੇ ਉੱਤੇ ਗੱਲ ਕਰੀਏ, ਜਿਹੜਾ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਵਿਜ਼ਟਰ ਵੀਜ਼ਾ ਵਾਲੇ ਨੇ ਉਹਨਾਂ ਨੂੰ ਵਰਕ ਪਰਮਿਟ ਨੂੰ ਲੈ ਕੇ ਕੁਝ ਛੋਟਾਂ ਮਿਲੀਆਂ ਨੇ। ਗੱਲ ਕਰਾਂਗੇ, ਦਰਸ਼ਕ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਗੁਰਪ੍ਰੀਤ ਬੋਲਦੀ ਪਈ ਹਾਂ ਕੈਲੀਫੋਰਨੀਆ ਤੋਂ। ਜੀ ਮੈਮ। ਐਕਚੁਅਲੀ ਮੈਂ ਆਪਣੇ ਕਜ਼ਨ ਵਾਲੇ ਸਵਾਲ ਪੁੱਛਿਆ ਸੀਗਾ। ਉਹ ਕੈਨੇਡਾ ਦਾ ਤਾਂ ਵਿਜ਼ਟਰ ਵੀਜ਼ਾ ਹੈਗਾ, 2 ਵਾਰੀ ਆ ਵੀ ਚੁੱਕਾ, 28 ਇਅਰਸ 올ਡ ਆ। ਤੇ ਮੈਂ ਖੈਰਾ ਸਾਹਿਬ ਨੂੰ ਪੁੱਛਣਾ ਸੀ ਕਿ ਉਹ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਦਾ ਜੇ ਆਵੇ ਵਿਜ਼ਿਟਰ, ਲਾਈਕ ਉਹਨੇ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ 4 ਸਾਲਾਂ ਦਾ, ਲਾਈਕ ਬੈਚਲਰ ਉੱਥੇ ਫਿਲੀਪੀਨਸ, ਤੇ ਉਹਦਾ ਕੋਈ ਪ੍ਰੋਸੈਸ ਜਾਂ ਕੁਝ ਹੋ ਸਕਦਾ ਹੈ ਕਿ ਜੇ ਆਵੇ ਵਿਜ਼ਿਟਰ ਤਾਂ ਆਪਣਾ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਦਾ? ਜੀ ਆਪਾਂ ਆਨਸਰ ਦਈਏ? ਜੀ ਸਰ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਜੀ ਸਰ। ਓਪਨ ਵਰਕ ਪਰਮਿਟ ਕਰਨ ਇੱਕ ਪ੍ਰਿਵਿਲੇਜ ਹੈਗਾ, ਉਹ ਹਰੇਕ ਨੂੰ ਨਹੀਂ ਮਿਲਦਾ ਹੈਗਾ। ਉਹ ਪ੍ਰਿਵਿਲੇਜ ਹੈਗਾ ਉਹਨਾਂ ਲੋਕਾਂ ਲਈ ਜਿਨ੍ਹਾਂ ਦਾ ਐਪਲੀਕੇਸ਼ਨ ਮਨਜ਼ੂਰ ਹੋ ਚੁੱਕਿਆ ਤੇ ਹਾਲੇ ਰੈਜ਼ੀਡੈਂਟ ਨਹੀਂ ਹੋਏ, ਤਾਂ ਉਹ ਸਮਾਂ ਇੱਥੇ ਰਹਿ ਲੈਣ, ਉਹਨਾਂ ਲਈ ਪ੍ਰਿਵਿਲੇਜ ਹੈ ਜੀ। ਕੋਈ ਕੈਨੇਡੀਅਨ ਸਟੂਡੈਂਟ ਹੈ, ਉਹਦੇ ਸਪਾਊਸ ਲਈ ਇਹ ਪ੍ਰਿਵਿਲੇਜ ਹੈ, ਉਹਨੂੰ ਪਰਮਿਟ ਮਿਲ ਸਕਦਾ ਹੈ। ਕੋਈ ਵਰਕਰ ਹੈਗਾ ਹਾਇਰ ਸਕਿੱਲ, ਉਹਨਾਂ ਨੂੰ ਇਹ ਪਰਮਿਟ ਮਿਲ ਸਕਦਾ ਹੈ। ਉਹ ਤੋਂ ਇਲਾਵਾ ਕੋਈ ਰੈਫਿਊਜੀ ਕਲੇਮ ਕਰਦਾ ਹੈ, ਉਹਨੂੰ ਮਿਲ ਸਕਦਾ ਹੈ। ਇਹ ਸਰਕਮਸਟੈਂਸਸ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਓਪਨ ਪਰਮਿਟ ਨਹੀਂ ਮਿਲ ਸਕਦਾ। ਵਰਕ ਪਰਮਿਟ ਦਾ ਮਤਲਬ ਕੀ ਹੈਗਾ ਕਿ ਆਪਾਂ ਕਿਸੇ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਦੀ ਜੌਬ ਹੋ ਰਹੇ ਹੈਗੇ ਆ। ਸੋ ਸਰਕਾਰ ਕਿਵੇਂ ਇਜਾਜ਼ਤ ਦਊਗੀ
ਕਿ ਬਾਹਰੋਂ ਆ ਕੇ ਲੋਕ ਇੱਥੇ ਕੰਮ ਕਰ ਰਹਿਣ ਤੇ ਕੈਨੇਡੀਅਨ ਸਿਟੀਜ਼ਨਸ ਤੇ ਪਰਮਨੈਂਟ ਰੈਜ਼ੀਡੈਂਟਸ ਦੀਆਂ ਜੌਬਾਂ ਚਲੀਆਂ ਜਾਣ। ਹਾਂਜੀ, ਉਹਨਾਂ ਨੇ ਹੋਟਲ ਮੈਨੇਜਮੈਂਟ ਕੀਤੀ ਹੈ, ਉਹਦਾ 4 ਸਾਲ ਦਾ ਐਕਸਪੀਰੀਅੰਸ ਹੈ। ਜੇ ਉਹਨਾਂ ਨੂੰ ਕੋਈ ਹਾਇਰ ਕਰਨ ਨੂੰ ਤਿਆਰ ਹੈ ਤਾਂ ਉਸ EMPLOYER ਨੂੰ ਜਿਹੜੀ ਮਨਜ਼ੂਰੀ ਹੈ LMIA ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਉਹ ਕਰਾਉਣਾ ਪੈਣਾ। ਉਹ ਸਰਵਿਸ ਕੈਨੇਡਾ ਮਹਿਕਮਾ ਕਰਦਾ ਹੈ। ਸਰਵਿਸ ਕੈਨੇਡਾ ਮਹਿਕਮੇ ਦਾ ਮੈਂਡੇਟ ਹੈ ਕਿ ਉਹ ਦੇਖਣਾ ਚਾਹੁੰਦਾ ਹੈ ਕਿ ਜੌਬ ਕਰਨ ਲਈ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟਸ ਅਵੇਲੇਬਲ ਹੈਗੇ ਨੇ। ਜੇ ਹੈਗੇ ਨੇ ਤੇ ਫਿਰ ਉਹ ਨਾ ਮਨਜ਼ੂਰ ਕਰ ਦੂਗਾ। ਜੇ ਨਹੀਂ ਅਵੇਲੇਬਲ ਤਾਂ ਉਹ ਮਨਜ਼ੂਰੀ ਦੇਊ ਤਾਂ ਕਿ ਕਿਸੇ ਦੀ ਨੌਕਰੀ ਨਹੀਂ ਜਾਵੇ। ਤੇ ਦੂਜਾ ਉਹ ਐਜੂਕੇਸ਼ਨ ਤੇ ਜਿਹੜੀਆਂ ਉਹਦੀਆਂ ਐਕਸਪੀਰੀਅੰਸ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਦੇ ਹੋਣੇ ਚਾਹੀਦੇ ਨੇ। ਤੇ ਫਿਰ ਉਹ ਜਿਹੜਾ ਹੈਗਾ EMPLOYER ਸਪੈਸੀਫਿਕ ਵਰਕ ਪਰਮਿਟ ਤੇ ਇੱਥੇ ਆ ਸਕਦੇ ਨੇ। ਜਦੋਂ ਉਹ ਸਰਟਨ ਕ੍ਰਾਈਟੇਰੀਆ ਮੀਟ ਕਰ ਲੈਣਗੇ ਤੇ ਪਰਮਨੈਂਟ ਰੈਜ਼ੀਡੈਂਸ ਲਈ ਐਪਲੀਕੇਸ਼ਨ ਫਾਈਲ ਕਰ ਦੂਗੇ, ਉਸ ਵੇਲੇ ਓਪਨ ਵਰਕ ਪਰਮਿਟ ਮਿਲ ਸਕਦਾ ਹੈ। ਇੱਦਾਂ ਨਹੀਂ ਕਿ ਕੋਈ ਵੀ ਆ ਕੇ ਓਪਨ ਪਰਮਿਟ ਨਹੀਂ ਲੈ ਸਕਦੇ ਜੀ, ਬਿਕੋਜ਼ ਉਹ ਇੱਕ ਪ੍ਰਿਵਿਲੇਜ ਹੈਗੀ ਹੈ। ਤੇ ਦੂਜਾ ਜੇ ਉਹਨਾਂ ਦਾ ਹੋਟਲ ਮੈਨੇਜਮੈਂਟ ਦਾ ਐਕਸਪੀਰੀਅੰਸ ਹੈਗਾ ਜੀ, ਅੰਗਰੇਜ਼ੀ ਵਧੀਆ ਹੈਗੀ ਆ, ਪੜ੍ਹੇ ਲਿਖੇ ਆ, ਤਾਂ ਮੈਂ ਕਹੂੰਗਾ ਸਾਡੇ ਆਫਿਸ ਨੂੰ ਜ਼ਰੂਰ ਕਾਲ ਕਰ ਲਓ। ਸਾਨੂੰ ਬਹੁਤ ਸਾਰੇ EMPLOYER ਨੇ ਜਿਹੜੇ ਕੰਟੈਕਟ ਕਰਦੇ ਰਹਿੰਦੇ ਨੇ ਤੇ ਉਹਨਾਂ ਕੋਲ LMIA ਅਵੇਲੇਬਲ ਹੁੰਦਾ ਹੈਗਾ ਤੇ ਉਹ ਹਾਇਰ ਕਰਨ ਨੂੰ ਵੀ ਤਿਆਰ ਹੁੰਦੇ ਆ। ਨੈਕਸਟ ਕਾਲਰ ਜੁੜ ਗਏ ਨੇ, ਅਸੀਂ ਲਾਸਟ ਕਾਲ ਲੈ ਰਹੇ ਹਾਂ। ਉਸ ਤੋਂ ਬਾਅਦ ਮਾੜਾ ਜਿਹਾ ਟੌਪਿਕ ਦੇ ਬਾਰੇ ਜ਼ਰੂਰ ਡਿਸਕਸ ਕਰਾਂਗੇ ਕਿਉਂਕਿ ਸਮਾਂ ਇਜਾਜ਼ਤ ਲੈਣ ਦਾ ਹੋ ਰਿਹਾ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਮੈਮ, ਮੈਂ ਮੋਂਟਰੀਅਲ ਤੇ ਬੋਲਦਾ ਰਵਿੰਦਰ। ਮੈਂ ਇਹ ਪੁੱਛਣਾ ਸੀਗਾ ਕਿ ਜੀ ਸਰ ਨੂੰ ਕਿ ਜਦੋਂ ਬੰਦਾ ਇੰਡੀਆ ਨਹੀਂ ਜਾ ਸਕਦਾ, ਜਿੱਦਾਂ ਰਿਫਿਊਜੀ ਕੇਸ ਜਿਹਨਾਂ ਦਾ ਹੁੰਦਾ ਤੇ PR ਕਾਰਡ ਮਿਲ ਜਾਂਦਾ, ਤੇ ਉਹ ਜੇ ਮੈਰਿਜ ਕਰਾਵੇ ਨੇਪਾਲ ਜਾ ਕੇ ਜਾਂ ਥਾਈਲੈਂਡ ਜਾ ਕੇ ਇੰਡੀਅਨ ਕੁੜੀ ਨੂੰ ਉੱਥੇ ਬੁਲਾ ਕੇ, ਤੇ ਕੁੜੀ ਉੱਥੇ ਆ ਸਕਦੀ ਹੈ, ਉਹ ਮੈਰਿਜ ਵੈਲਿਡ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ? ਇਹ ਪੁੱਛਣਾ ਜੀ। ਥੈਂਕ ਯੂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਬੜਾ ਯੂਨੀਕ ਸਵਾਲ ਸਰ ਪੁੱਛਿਆ ਹੈ ਜੀ। ਤਰਨ, ਮੈਂ ਦੱਸਣਾ ਚਾਹੁੰਦਾ ਇਹ 'ਚ ਮਾਮਲਿਆਂ ਦੇ ਵਿੱਚ ਮੇਰਾ ਬਹੁਤ ਸਾਰਾ ਐਕਸਪੀਰੀਅੰਸ ਹੈਗਾ ਜੀ। ਸੋ ਜਿਹੜੀ ਉਹਨਾਂ ਦਾ ਬਹੁਤ ਇੰਟੈਲੀਜੈਂਟ ਸਵਾਲ ਸੀ। ਇੱਕ ਸਵਾਲ ਸੀ ਕਿ ਉਹ ਜਾ ਸਕਦਾ ਉੱਥੇ, ਤੇ ਦੂਜਾ ਸਵਾਲ ਸੀ ਕਿ ਕੀ ਉਹ ਵਿਆਹ ਵੈਲਿਡ ਹੋਊਗਾ। ਇਹ ਬਹੁਤ ਇੰਪੋਰਟੈਂਟ ਇਸ਼ੂਜ਼ ਹੈਗੇ ਨੇ। ਦੋ ਆਪਾਂ ਨੂੰ ਪਤਾ ਹੈਗਾ ਕਿ ਜਿਹੜਾ ਰੈਫਿਊਜੀ ਕਲਾਈਮੈਂਟ ਹੈਗਾ ਤੇ ਮਨਜ਼ੂਰ ਹੋ ਚੁੱਕਿਆ, ਪ੍ਰੋਟੈਕਟਡ ਪਰਸਨ ਹੈ, PR ਕਾਰਡ ਮਿਲ ਚੁੱਕਿਆ ਹੈ, ਉਹਨੇ ਇੰਡੀਆ ਤੋਂ ਹੈਗਾ, ਤਾਂ ਉਹਨੇ ਫੀਅਰ ਆਫ ਪ੍ਰੋਸੀਕਿਊਸ਼ਨ ਕਰਕੇ, ਤਾਂ ਕਿ ਉਹਨੂੰ ਉੱਥੇ ਜਿਹੜੀ ਜਾਨ ਦਾ ਖਤਰਾ ਹੈ, ਉਸ ਕਰਕੇ ਉਹਨੇ ਇੱਥੇ ਸ਼ਰਨ ਲਈ ਹੈਗੀ ਹੈ। ਤਾਂ ਜਦੋਂ ਹੀ ਉਹਨੂੰ ਸ਼ਰਨ ਮਿਲਦੀ ਹੈ, ਉਹ ਤੋਂ ਬਾਅਦ ਜੋ ਵਾਪਸ ਚਲੇ ਜਾਂਦਾ ਤਾਂ ਮਤਲਬ ਦਾ ਖਤਰਾ ਟਲ ਗਿਆ। ਸਾਲ 2012 ਦੇ ਵਿੱਚੋਂ ਰਿਫਿਊਜੀ ਰਿਫਾਰਮ ਐਕਟ ਹੈ ਜਿਹੜਾ ਉਹ ਲਾਗੂ ਕੀਤਾ ਗਿਆ ਸੀਗਾ। ਰਿਫਿਊਜੀ ਰਿਫਾਰਮ ਐਕਟ ਦੇ ਵਿੱਚੋਂ ਕੰਜ਼ਰਵੇਟਿਵ ਸਰਕਾਰ ਉਸ ਵੇਲੇ ਦੀ ਨੇ ਪ੍ਰੋਵੀਜ਼ਨ ਰੱਖਿਆ ਸੀ ਕਿ ਜੇ ਕਿਸੇ ਪ੍ਰੋਟੈਕਟਡ ਪਰਸਨ ਨੂੰ, ਜਿਹੜਾ ਜਿਹਨੂੰ ਰਿਫਿਊਜੀ ਮਨਜ਼ੂਰ ਹੋ ਚੁੱਕਿਆ ਹੈ, ਜੇ ਉਹਦੇ ਮੁਲਕ 'ਚ ਹਾਲਾਤ ਸੁਧਾਰ ਹੋ ਜਾਣ ਤੇ ਉਹ ਸਿਟੀਜ਼ਨ ਨਾ ਬਣਿਆ ਹੋਵੇ, ਉਹਦਾ ਪ੍ਰੋਟੈਕਟਡ ਪਰਸਨ ਸਟੇਟਸ ਵਾਪਸ ਲੈ ਕੇ ਉਹਨੂੰ ਵਾਪਸ ਭੇਜ ਦਿੱਤਾ ਜਾਵੇ, ਕਿਉਂਕਿ ਹਾਲਾਤ ਉੱਥੇ ਸੁਧਾਰ ਹੋ ਚੁੱਕੇ ਨੇ। ਹੁਣ ਜੇ ਕੋਈ ਇੰਡੀਆ ਇੱਥੇ ਪਰਮਨੈਂਟ ਰੈਜ਼ੀਡੈਂਸ ਲੈ ਕੇ ਰਿਫਿਊਜੀ ਕਰਕੇ ਤੇ ਉਹ ਇੰਡੀਆ ਜਾ ਕੇ ਵਿਆਹ ਕਰਾਉਂਦਾ, ਇਹਦਾ ਮਤਲਬ ਤਾਂ ਹਾਲਾਤ ਸੁਧਾਰ ਹੋ ਗਏ, ਉਹਦਾ ਉਹ ਪਰਮਨੈਂਟ ਰੈਜ਼ੀਡੈਂਸ ਸਟੇਟਸ ਹੈ ਜਿਹੜਾ ਉਹ ਵਾਪਸ ਲੈ ਲੈਣਗੇ ਜੀ। ਦੂਜਾ ਉਹਨੇ ਕਿਹਾ ਹੋਊਗਾ ਨੇਪਾਲ ਜਾਂ ਉਹ ਥਾਈਲੈਂਡ ਜਾ ਕੇ ਵਿਆਹ ਕਰਨਾ ਚਾਹੁੰਦੇ ਹੈ ਤੇ ਉੱਥੇ ਜਾ ਸਕਦਾ ਹੈ। ਜਿਹੜੇ ਵੀ ਮੁਲਕ 'ਚ ਉਹ ਵਿਆਹ ਕਰਨਾ ਚਾਹੁੰਦੇ ਨੇ, ਉਹਦੀਆਂ ਕੰਡੀਸ਼ਨਸ ਨੂੰ ਮੀਟ ਕਰਦੇ ਹੋਣੇ ਚਾਹੀਦੇ ਹੈ। ਤੇ ਦੂਜਾ, ਉਹ ਵਿਆਹ ਕੈਨੇਡਾ ਦੇ ਵਿੱਚ ਵੀ ਵੈਲਿਡ ਹੋਣਾ ਚਾਹੀਦਾ ਹੈ। ਸੋ ਜਿਵੇਂ ਆਪਾਂ ਨੂੰ ਪਤਾ ਇੱਥੇ ਸਰਟਨ ਉਮਰ ਹੈਗੀ ਹੈ, ਉਹ ਤੋਂ ਬਾਅਦ ਵਿਆਹ ਕਰਾ ਸਕਦੇ ਹੋ, ਤੇ ਇਹਦੇ ਨਾਲ ਨਾਲ ਤੁਸੀਂ ਫ੍ਰੀ ਟੂ ਮੈਰੀ ਹੋਣੇ ਚਾਹੀਦੇ ਹੋ, ਪੋਲੀਗੇਮੀ ਅਲਾਉਡ ਨਹੀਂ। ਸੋ ਜਿਹੜਾ ਕੁਝ ਉਹ ਮੁਲਕ ਦੇ ਵਿੱਚੋਂ ਇਜਾਜ਼ਤ ਦਿੰਦਾ, ਤੁਹਾਡਾ ਵਿਆਹ ਹੋ ਜਾਂਦਾ ਬਿਲਕੁਲ ਹੈ। ਤੇ ਬਹੁਤ ਸਾਰੇ ਜਿਹੜੇ ਰੈਫਿਊਜੀ ਕਲੇਮੈਂਟ ਨੇ ਉਹ ਇਦਾਂ ਹੀ ਕਰਦੇ ਆ ਜੀ। ਉਹ ਇੰਡੀਆ ਤੋਂ ਕੋਈ ਜਿਹੜਾ ਉਹਨਾਂ ਦਾ ਸਪਾਊਸ ਉਹ ਥਾਈਲੈਂਡ ਪਹੁੰਚ ਜਾਂਦਾ ਹੈ, ਇੱਥੋਂ ਪਹੁੰਚ ਜਾਂਦੇ, ਉਹਨਾਂ ਦਾ ਵਿਆਹ ਥਾਈਲੈਂਡ ਹੋ ਜਾਂਦਾ ਹੈ। ਉਹ ਜੇ ਕੰਡੀਸ਼ਨਸ ਮੀਟ ਕਰਦੇ ਆ ਤੇ ਫਿਰ ਉਹਨਾਂ ਦਾ ਵਿਆਹ ਨੂੰ ਵੈਲਿਡ ਮੰਨਿਆ ਜਾਂਦਾ ਤੇ ਉਹ ਆ ਕੇ ਇੱਥੇ ਸਪਾਂਸਰਸ਼ਿਪ ਹੈ ਜਿਹੜੀ ਉਹ ਕਰ ਸਕਦੇ ਨੇ। ਤੇ ਬਿਲਕੁਲ ਕੁਐਸਚਨ ਨਹੀਂ ਕੀਤਾ ਜਾਂਦਾ ਕਿ ਉਹਨੇ ਥਾਈਲੈਂਡ ਵਿਆਹ ਕਿਉਂ ਕਰਾਇਆ, ਬਿਕੋਜ਼ ਉਹ ਬੰਦਾ ਇੰਡੀਆ ਜਾ ਹੀ ਨਹੀਂ ਸਕਦਾ। ਸੋ ਆਫ ਕੋਰਸ ਉਹ ਬਾਹਰ ਜਾ ਕੇ ਕਿਤੇ ਵਿਆਹ ਜਿਹੜਾ ਉਹ ਕਰਾਊਗਾ। ਸਰ ਜਿਵੇਂ ਆਸਟ੍ਰੇਲੀਆ ਦੇ ਵਿੱਚ ਫਿਆਂਸੀ ਵੀਜ਼ਾ ਹੈਗਾ ਕਿ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਉੱਥੇ ਜਾ ਕੇ ਵਿਆਹ ਕਰਾ ਸਕਦੇ ਹੋ, ਕੈਨੇਡਾ 'ਚ ਐਵੇਂ ਦਾ ਆਪਸ਼ਨ ਤਾਂ ਨਹੀਂ ਹੈ? ਹੁੰਦਾ ਸੀ ਤਾਂ 28 ਮਈ 2002 ਤੋਂ ਪਹਿਲਾਂ ਹੁੰਦਾ ਸੀ। 28 ਮਈ 2002 ਨੂੰ ਜਿਹੜਾ ਅੱਜ ਆਪਾਂ ਕਾਨੂੰਨ ਦੇਖਦੇ ਹਾਂ, ਜਿਹਨੂੰ ਇਮੀਗ੍ਰੇਸ਼ਨ ਰੈਫਿਊਜੀ ਪ੍ਰੋਟੈਕਸ਼ਨ ਐਕਟ ਕਿਹਾ ਜਾਂਦਾ ਹੈ, ਇਹ ਲਾਗੂ ਹੋ ਗਿਆ ਸੀ। ਉਹਦੇ ਵਿੱਚੋਂ ਇਹ ਧਾਰਾ ਹਟਾ ਦਿੱਤੀ ਗਈ ਸੀ। ਜਿਹੜਾ ਪੁਰਾਣਾ 1976 ਦਾ ਇਮੀਗ੍ਰੇਸ਼ਨ ਐਕਟ ਸੀ, ਉਹਦੇ ਵਿੱਚ ਜ਼ਰੂਰ ਇਹ ਪ੍ਰੋਵੀਜ਼ਨ ਸੀ ਕਿ ਤੁਸੀਂ ਫਿਆਂਸੇ ਦੇ ਤੌਰ ਤੇ ਆ ਸਕਦੇ ਹੋ। 90 ਦਿਨ ਦਾ ਸਮਾਂ ਹੁੰਦਾ ਸੀ, ਉਹ 90 ਦਿਨਾਂ ਦੇ ਵਿੱਚ ਤੁਸੀਂ ਵਿਆਹ ਕਰਾਉਣਾ ਹੁੰਦਾ ਸੀ ਤੇ ਉਹ ਤੋਂ ਬਾਅਦ ਤੁਸੀਂ ਜਿਹੜਾ ਪਰਮਨੈਂਟ ਰੈਜ਼ੀਡੈਂਟ ਸਟੇਟਸ ਉਹਨੂੰ ਮਿਲ ਜਾਂਦਾ ਸੀ। ਪਰ ਸਾਲ 2002 ਤੋਂ ਬਾਅਦ ਇਹ ਕਾਨੂੰਨ ਖਤਮ
ਕਰ ਦਿੱਤਾ ਗਿਆ। ਸਰ ਆਪਾਂ ਗੱਲਬਾਤ ਕਰ ਰਹੇ ਸੀ ਵਰਕ ਪਰਮਿਟ ਦੀਆਂ ਐਪਲੀਕੇਸ਼ਨਸ ਦੇ ਬਾਰੇ ਵਿੱਚ, ਜਿਹੜੇ ਇੱਥੇ ਵਿਜ਼ਟਰ ਵੀਜ਼ਾ ਤੇ ਆਏ ਨੇ। ਤੁਸੀਂ ਕਿਹਾ ਇੱਕ ਤਾਂ ਉਹਨਾਂ ਨੇ ਡੇਟ ਜਿਹੜੀ ਆ ਉਹ ਖਤਮ ਕਰ ਦਿੱਤੀ ਹੈ। ਸਾਨੂੰ ਕੁਝ ਦਰਸ਼ਕ ਸਵਾਲ ਪੁੱਛ ਰਹੇ ਨੇ ਕਿ ਜਿਹੜੇ ਕੈਨੇਡਾ ਦੇ ਵਿੱਚ ਆ ਕੇ ਇੱਥੇ ਵਰਕ ਪਰਮਿਟ ਲਈ ਅਪਲਾਈ ਕਰਦੇ ਨੇ, ਕਿ ਉਹਨਾਂ ਨੂੰ ਆਇਲਟਸ ਦੀ ਰਿਕੁਆਇਰਮੈਂਟ ਹੈਗੀ ਹੈ? ਜੇ ਉਹਨਾਂ ਦੀ ਜੌਬ ਲਈ ਲੈਂਗੁਏਜ ਰਿਕੁਆਇਰਮੈਂਟ ਹੈ, ਹਾਂਜੀ ਬਿਲਕੁਲ ਹੈਗੀ ਹੈ। ਹੁਣ ਜੇ ਜੌਬ ਲਈ ਲੈਂਗੁਏਜ ਰਿਕੁਆਇਰਮੈਂਟ ਨਹੀਂ ਹੈਗਾ ਤਾਂ ਬਿਲਕੁਲ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਹੈ। ਇਹ ਡਿਫਾਈਨ ਕਰੂਗਾ ਤੁਹਾਡਾ LMIA। ਜਿਹੜਾ LMIA ਹੈ ਉਹਦੇ ਉੱਤੇ ਕੀ ਕੰਡੀਸ਼ਨਸ ਨੇ, ਉਹ ਸਾਰੀਆਂ ਕੰਡੀਸ਼ਨਸ ਤੁਸੀਂ ਮੀਟ ਕਰਨੀਆਂ ਹੈਗੀਆਂ ਨੇ। ਤਾਂ ਜੇ ਉਹ ਚ ਲੈਂਗੁਏਜ ਰਿਕੁਆਇਰਮੈਂਟ ਹੈ, ਹਾਂਜੀ ਤੁਸੀਂ ਮੀਟ ਕਰਨੀ ਜ਼ਰੂਰੀ ਹੈ। ਜੇ ਲੈਂਗੁਏਜ ਰਿਕੁਆਇਰਮੈਂਟ ਨਹੀਂ ਹੈਗੀ ਫਿਰ ਤੁਹਾਨੂੰ ਮੀਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੀ। ਸਰ ਇੱਕ ਆਪਾਂ ਮੈਡੀਕਲ ਦੇ ਬਾਰੇ ਵੀ ਡਿਸਕਸ ਕਰ ਰਹੇ ਸੀ ਪ੍ਰੋਗਰਾਮ ਦੇ ਦੌਰਾਨ, ਦੱਸ ਰਹੇ ਸੀਗੇ ਕਿ ਮੈਡੀਕਲ ਵਾਲਿਆਂ ਦੇ ਲਈ ਵੀ ਕੁਝ ਚੇਂਜਸ ਆਈਆਂ ਨੇ। ਬਿਲਕੁਲ ਤਰਨ, ਉਹ ਤੋਂ ਪਹਿਲਾਂ ਮੈਂ ਇੱਕ ਪੁਆਇੰਟ ਦੱਸਣਾ ਚਾਹੁੰਦਾ ਕਿ ਮੈਂ ਉਹ ਜਦੋਂ ਮੈਂ ਪੜ੍ਹਾਈ ਕਰ ਰਿਹਾ ਸੀ, ਮੈਂ ਉਹ ਕ੍ਰੌਪ ਦੇ ਵਿੱਚੋਂ ਹੈਗਾ ਕਿ ਜਿੱਥੇ ਮੈਂ ਪੁਰਾਣਾ ਐਕਟ ਵੀ ਪੜ੍ਹਿਆ ਤੇ ਨਵਾਂ ਐਕਟ ਵੀ ਪੜ੍ਹਿਆ। ਇਹ ਅਕਸਰ ਸਾਡੇ ਦਰਸ਼ਕ ਤਾਂ ਹੀ ਨਹੀਂ ਜ਼ਿਆਦਾ ਕਾਲਸ ਕਰਦੇ ਆ ਕਿ ਖੈਰਾ ਸਾਹਿਬ ਨੂੰ ਜ਼ਿਆਦਾ ਇਨਫੋਰਮੇਸ਼ਨ ਹੈਗੀ ਆ ਤੇ ਹਰ ਰੂਲਸ ਦੇ ਬਾਰੇ ਵਿੱਚ ਵਿਦ ਐਕਟ ਐਨੇ ਕਿਹੜੀ ਧਾਰਾ ਕੀ ਕਹਿੰਦੀ ਆ ਉਹਦੇ ਬਾਰੇ ਜਾਣਕਾਰੀ ਦਿੰਦੇ ਆ। ਉਹਦਾ ਰੀਜ਼ਨ ਇਹ ਸੀ, ਜੋ ਮੈਂ ਪੜ੍ਹਾਈ ਕਰ ਰਿਹਾ ਸੀ ਉਸ ਸਮੇਂ ਕਾਨੂੰਨ 'ਚ ਤਬਦੀਲੀਆਂ ਆਉਣ ਵਾਲੀਆਂ ਸੀਗੀਆਂ। ਸੋ ਉਹ ਟ੍ਰਾਂਜੀਸ਼ਨ ਪੀਰੀਅਡ ਸੀ ਜਦੋਂ ਪੁਰਾਣੇ ਐਕਟ ਨੇ ਹਟਣਾ ਸੀ ਤੇ ਨਵਾਂ ਐਕਟ ਲਾਗੂ ਹੋਣਾ ਸੀ। ਸੋ ਜਿਹੜੇ ਉਹ ਤੋਂ ਬਾਅਦ 'ਚੋਂ ਪੜ੍ਹਾਈ ਕੀਤੀ ਉਹਨੇ ਸਿਰਫ ਨਵਾਂ ਐਕਟ ਪੜ੍ਹਾਈ ਕੀਤਾ, ਜਿਹੜੇ ਪਹਿਲਾਂ ਪੜ੍ਹਾਈ ਕੀਤੀ ਉਹਨਾਂ ਨੇ ਸਿਰਫ ਪੁਰਾਣਾ ਐਕਟ ਪੜ੍ਹਾਈ ਕੀਤਾ। ਮੈਂ ਉਹ ਯੂਨੀਕਨੈਸ ਹੈਗੀ ਵੀ ਉਹ ਕ੍ਰੌਪ ਦੇ ਵਿੱਚੋਂ ਹੈਗਾ ਜਿੱਥੇ ਮੈਨੂੰ ਦੋਵੇਂ ਕਾਨੂੰਨ ਪੜ੍ਹਨੇ ਪਏ ਜੀ। ਬਿਲਕੁਲ ਜੀ, ਬਿਲਕੁਲ। ਜਿਹੜੇ ਮੈਡੀਕਲ ਕਾਨੂੰਨ ਦੇ ਵਿੱਚ ਤਬਦੀਲੀ ਆ ਰਹੀ ਹੈ ਜੀ, ਉਹ ਇਹ ਹੈਗੀ ਹੈ ਕਿ ਹੁਣ ਸਰਕਾਰ ਇੱਕ ਬਹੁਤ ਵੱਡੀ ਛੋਟ ਹੈ ਜਿਹੜੀ ਦੇਣ ਜਾ ਰਹੀ ਹੈ ਜੀ। ਆਪਾਂ ਨੂੰ ਪਤਾ ਹੈ ਕਿ ਜਦੋਂ ਆਪਾਂ ਇਮੀਗ੍ਰੇਸ਼ਨ ਲਈ ਅਪਲਾਈ ਕਰਦੇ ਹਾਂ ਤਾਂ ਮੈਡੀਕਲ ਹੁੰਦਾ ਹੈਗਾ ਆਪਣਾ, ਤੇ ਜੇ ਮੈਡੀਕਲ ਆਪਣਾ ਨਾ ਆਪਾਂ ਕੰਡੀਸ਼ਨ ਮੀਟ ਕਰੀਏ ਤਾਂ ਆਪਣਾ ਕੇਸ ਰਿਫਿਊਜ਼ ਹੋ ਜਾਂਦਾ। ਸੋ ਉਹਦੇ 'ਚ ਇੱਕ ਕੰਡੀਸ਼ਨ ਇਹ ਹੈਗੀ ਹੈ ਕਿ ਤੁਸੀਂ ਜਿਹੜੇ ਕੈਨੇਡੀਅਨ ਹੈਲਥ ਸਿਸਟਮ ਹੈ ਉਹਦੇ ਤੇ ਫਾਈਨੈਂਸ਼ੀਅਲ ਬਰਡਨ ਨਾ ਹੋਵੋ। ਸੋ ਉਹਦੇ ਉੱਤੇ ਜਿਹੜਾ ਇੱਕ ਰੀਜ਼ਨੇਬਲ ਵੈਲਿਊ ਸੀ ਉਹ ਸੀ 7000 ਸਾਲਾਨਾ ਖਰਚਾ। ਸੋ ਇੱਕ ਇੰਡੀਵਿਜੂਅਲ ਤੇ 7000 ਸਾਲਾਨਾ ਖਰਚਾ ਆਉਂਦਾ। ਜੇ ਤੁਹਾਡੇ ਤੇ 7000 ਤੋਂ ਵੱਧ ਖਰਚਾ ਆਉਂਦਾ ਤਾਂ ਤੁਸੀਂ ਇਨਐਡਮਿਸਿਬਲ ਮੰਨੇ ਜਾਂਦੇ ਸੀ। ਉਹਨੂੰ ਵਧਾ ਕੇ ਹੁਣ 3 ਗੁਣਾ ਵਧਾ ਦਿੱਤਾ। ਸੋ 21-22,000 ਉਹਨੂੰ ਕਰਤਾ। ਉਹ ਦੇਖਿਆ ਜਾਊਗਾ ਕਿ ਆਉਣ ਵਾਲੇ 5 ਸਾਲਾਂ 'ਚ ਜੇ ਤੁਸੀਂ 105,000 ਤੋਂ ਘੱਟ ਖਰਚਾ ਤੁਹਾਡੇ ਤੇ ਆਉਂਦਾ ਤਾਂ ਵੀ ਤੁਹਾਨੂੰ ਇਨਐਡਮਿਸਿਬਲ ਨਹੀਂ ਮੰਨਿਆ ਜਾਊਗਾ। ਪਰ ਜੇ 105,000 ਤੋਂ ਜ਼ਿਆਦਾ ਆਉਂਦਾ ਫਿਰ ਤੁਹਾਨੂੰ ਇਨਐਡਮਿਸਿਬਲ ਹੈ ਜਿਹੜਾ ਉਹ ਮੰਨਿਆ ਜਾਊਗਾ। ਸੋ ਇੱਕ ਬਹੁਤ ਵੱਡੀ ਰਾਹਤ ਹੈ ਜੀ, ਕਿਉਂਕਿ ਜਿਹੜਾ ਪੁਰਾਣਾ ਕਾਨੂੰਨ ਹੈ ਉਹਦੇ ਵਿੱਚ ਇਹ ਹੈ ਕਿ ਬਹੁਤ ਛੇਤੀ ਲੋਕ ਮੈਡੀਕਲ ਇਨਐਡਮਿਸਿਬਿਲਿਟੀ ਦੇ ਵਿੱਚ ਕਾਟ ਹੋ ਜਾਂਦੇ ਨੇ ਜੀ, ਕਿਉਂਕਿ 7000 ਖਰਚਾ ਬਹੁਤ ਘੱਟ ਹੈ। ਜੇ ਤੁਹਾਨੂੰ ਕੋਈ ਛੋਟੀ ਜਿਹੀ ਮੈਡੀਕਲ ਕੰਡੀਸ਼ਨ ਸੀ ਤਾਂ ਵੀ ਤੁਸੀਂ ਉਹ ਤੋਂ ਵੱਧ ਜਾਂਦੇ ਹੈਗੇ ਹੋ, ਪਰ 105,000 ਓਵਰ ਅ 5-year ਪੀਰੀਅਡ ਬਹੁਤ ਰੀਜ਼ਨੇਬਲ ਮੰਨਿਆ ਜਾਊਗਾ। ਤੇ ਇਹਦੇ ਨਾਲ ਇੱਕ ਸੁਪਰੀਮ ਕੋਰਟ ਦਾ ਜਿਹੜਾ ਕੇਸ ਹੈਗਾ ਹੋ ਗਿਆ ਹੈਲਥ ਵਰਸਸ ਮਿਨਿਸਟਰ ਕੇਸ, ਜਿਹਦੇ ਵਿੱਚੋਂ ਇੱਕ ਡਾਕਟਰ ਸੀ ਸਾਊਥ ਅਫਰੀਕਾ ਦੇ ਵਿੱਚੋਂ, ਉਹ ਕੈਨੇਡਾ ਮਾਈਗ੍ਰੇਟ ਕਰ ਰਿਹਾ ਸੀ, ਪਰ ਉਹਦੇ ਜਿਹੜਾ ਚਾਈਲਡ ਸੀ ਉਹਨੂੰ ਮੈਡੀਕਲ ਇਸ਼ੂ ਸੀਗਾ ਤੇ ਇਹਦਾ ਕੇਸ ਰਿਫਿਊਜ਼ ਕਰਤਾ ਕਿ ਤੇਰੇ ਡਿਪੈਂਡੈਂਟ ਨੂੰ ਮੈਡੀਕਲ ਹੈਗਾ, ਸਾਰੀ ਫੈਮਿਲੀ ਸੈਕਸ਼ਨ 42 ਥੱਲੇ ਕਾਟ ਹੋ ਗਏ ਜੀ। ਉਹ ਉਸ ਤੋਂ ਬਾਅਦ ਉਹ ਸੁਪਰੀਮ ਕੋਰਟ ਤੱਕ ਕੇਸ ਲੈ ਕੇ ਗਿਆ। ਉਹਨੇ ਕਿਹਾ ਕਿ ਕਿਵੇਂ ਬੋਝ ਬਣ ਸਕਦਾ, ਮੈਂ ਖੁਦ ਡਾਕਟਰ ਹੈਗਾ, ਮੈਂ ਖੁਦ ਇਹਦਾ ਟ੍ਰੀਟਮੈਂਟ ਕਰਨਾ, ਮੈਂ ਕਿਹੜਾ ਪਬਲਿਕ ਸਰਵਿਸਿਜ਼ ਨੂੰ ਯੂਜ਼ ਕਰ ਰਿਹਾ, ਮੈਂ ਖੁਦ ਡਾਕਟਰ ਹਾਂ, ਮੈਂ ਹੀ ਖੁਦ ਇਹਦਾ ਇਲਾਜ ਕਰ ਰਿਹਾ, ਮੈਂ ਹੀ ਇਹਦਾ ਰੱਖ ਰਖਾਅ ਕਰ ਰਿਹਾ ਤੇ ਮੇਰੇ ਕੋਲ ਆ ਰਿਸੋਰਸਿਜ਼ ਅਵੇਲੇਬਲ ਨੇ। ਉਸ ਤੋਂ ਬਾਅਦ ਇਹ ਚੇਂਜ ਕੀਤਾ ਗਿਆ, ਜੇ ਤੁਸੀਂ ਇਹ ਪ੍ਰੂਵ ਕਰ ਸਕਦੇ ਹੋ ਕਿ ਤੁਸੀਂ ਉਹਨੂੰ ਕਿਵੇਂ ਓਵਰਕਮ ਕਰ ਸਕਦੇ ਹੋ, ਉਹ ਤੋਂ ਬਾਅਦ ਉਹਨੂੰ ਜਿਹੜਾ ਕੰਸੀਡਰ ਕੀਤਾ ਜਾਊਗਾ। ਪਰ ਹੁਣ ਇਹ ਲਿਬਰਲ ਸਰਕਾਰ ਨੇ ਇੱਕ ਬਹੁਤ ਵੱਡਾ ਸਟੈਪ ਲਿਆ ਜੀ, ਜਿੱਥੇ ਕਿ 105,000 ਨੂੰ ਬੈਂਚਮਾਰਕ ਮੰਨਿਆ ਹੈਗਾ, ਜਿਹਦੇ ਕਰਕੇ ਬਹੁਤ ਸਾਰੇ ਲੋਕ ਨੇ ਜਿਹੜੇ ਮੈਡੀਕਲ ਇਨਐਡਮਿਸਿਬਿਲਿਟੀ ਚ ਆਉਣ ਵਾਲੇ ਸਮੇਂ ਚ ਬਚ ਜਾਏਗਾ ਜੀ। ਬਿਲਕੁਲ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਜਿਵੇਂ ਆਪਾਂ ਅੱਜ ਅਕਸਰ ਗੱਲਬਾਤ ਕਰਦੇ ਹਾਂ ਜੀ, ਮੈਂ ਇਹ ਦੱਸਣਾ ਚਾਹੁੰਦਾ ਹੈ ਕਿ ਇਮੀਗ੍ਰੇਸ਼ਨ ਲਾਅ ਹੈਗਾ, ਤੋ ਜਿੰਨਾ ਚਿਰ ਤੁਹਾਨੂੰ ਕਾਨੂੰਨ ਦੀ ਪੂਰੀ ਜਾਣਕਾਰੀ ਨਹੀਂ, ਉਹਨਾਂ ਚਿਰ ਜਾਂ ਜਿਹਤੋਂ ਸਲਾਹ ਲੈ ਰਹੇ ਹੋ ਉਹਨੂੰ ਪੂਰੀ ਜਾਣਕਾਰੀ ਨਹੀਂ, ਉਹ ਐਡਵਾਈਸ ਤੇ ਬਿਲਕੁਲ ਐਕਟ ਨਾ ਕਰੋ ਜੀ। ਇੱਕ ਕਾਨੂੰਨ ਦੇ ਜਾਣਕਾਰ ਤੋਂ ਹੀ ਸਲਾਹ ਮਸ਼ਵਰਾ ਕਰੋ ਜੀ। ਐਂਡ ਸਰ ਜੇ ਇੱਕ ਵਾਰੀ ਫਾਈਲ ਰਿਜੈਕਟ ਹੋ ਜਾਂਦੀ ਹੈ, ਦੂਸਰੀ ਵਾਰੀ ਅਪੀਲ ਕਰਨ ਤੋਂ ਪਹਿਲਾਂ ਇੱਕ ਵਾਰੀ ਸਲਾਹ ਦੀ ਜ਼ਰੂਰਤ ਬਹੁਤ ਹੈ ਨਾ, ਕਿਉਂਕਿ ਵੈਰੀ ਇੰਪੋਰਟੈਂਟ, ਕਿਉਂਕਿ ਜੇ ਤੁਹਾਨੂੰ ਨਹੀਂ ਪਤਾ ਕਿ ਤੁਹਾਡੀਆਂ ਆਪਸ਼ਨਸ ਕੀ ਨੇ, ਤੁਸੀਂ ਉਨੀ ਉਹਨੂੰ ਨੈਰੋ ਡਾਊਨ ਕਰ ਲੈਂਦੇ ਹੋ। ਪਰ ਜੇ ਕਾਨੂੰਨ ਦਾ ਜਾਣਕਾਰ ਜਾਣਦਾ ਹੈ, ਉਹਨੂੰ ਇਹ ਪਤਾ ਹੈਗਾ ਉਹਦਾ ਹੱਲ ਕਿਵੇਂ ਕਰਨਾ ਹੈ ਜੀ। ਬਿਲਕੁਲ। ਤੇ ਸਰ ਕੰਟੈਕਟ ਕਰਨ ਲਈ ਕਿਹੜੇ ਟਾਈਮ ਤੁਹਾਨੂੰ ਕੰਟੈਕਟ ਕੀਤਾ ਜਾਵੇ, ਕਿਵੇਂ ਅਪਾਇੰਟਮੈਂਟ ਲਈ ਜਾਵੇ? ਬਿਲਕੁਲ ਜੀ, ਮੰਡੇ ਟੂ ਫਰਾਈਡੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਤਿੰਨੇ ਆਫਿਸਿਸ ਦੇ ਵਿੱਚ ਹੁੰਦਾ। ਆਫਿਸਿਸ ਦੇ ਨੰਬਰ ਸਕਰੀਨ ਦੇ ਉੱਤੇ ਆ ਰਹੇ ਨੇ ਜੀ।
ਜੋ ਮੇਰੇ ਨਾਲ ਪਰਸਨਲੀ ਗੱਲਬਾਤ ਕਰਨਾ ਚਾਹੁੰਦੇ ਆ ਤੇ ਉਹ ਜ਼ਰੂਰ ਮੇਰੇ ਨਾਲ ਅਪਾਇੰਟਮੈਂਟ ਬੁੱਕ ਕਰ ਦੇਣਗੇ, ਪਰ ਉਹ ਅਪਾਇੰਟਮੈਂਟ ਕਈ ਵਾਰੀ 1 ਜਾਂ 2 ਦਿਨਾਂ ਬਾਅਦ ਹੀ ਹੋ ਸਕਦੀ ਹੈ ਜੀ। ਜੀ ਬਿਲਕੁਲ। ਤੇ ਸਰ ਬਹੁਤ ਬਹੁਤ ਧੰਨਵਾਦ ਸਾਡੇ ਪ੍ਰੋਗਰਾਮ 'ਚ ਆਉਣ ਲਈ ਤੇ ਜਾਣਕਾਰੀ ਦੇਣ ਲਈ। ਸ਼ੁਕਰੀਆ ਜੀ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਮੇਸ਼ਾ ਆਪਣੇ ਪ੍ਰੋਗਰਾਮ ਦੇ ਵਿੱਚ ਕੈਨੇਡਾ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਇੱਕ ਭਰੋਸੇਮੰਦ ਕੰਸਲਟੈਂਟ ਨੂੰ ਹੀ ਜੋੜਦੇ ਹਾਂ। ਸੋ ਮਿਸਟਰ ਖਹਿਰਾ ਤੋਂ ਤੁਸੀਂ ਕੋਈ ਵੀ ਸੇਵਾਵਾਂ ਲੈਣਾ ਚਾਹੁੰਦੇ ਹੋ, ਤੁਸੀਂ ਉਹਨਾਂ ਦੇ ਨੰਬਰਸ ਦੇ ਉੱਤੇ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ੍ਰੀ ਅਕਾਲ।